ਹੈਲੋ ਦੋਸਤੋ, ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਪ੍ਰਤਾਪ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ। ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬਈ ਪੰਜਾਬ ਦੇ ਆਉਣ ਵਾਲੇ ਐਗਜ਼ਾਮਸ ਦੇ ਲਈ ਆਪਾਂ ਨੇ ਸਟੈਟਿਕ ਜੀਕੇ ਦੀ ਸੀਰੀਜ਼ ਸ਼ੁਰੂ ਕਰੀ ਹੋਈ ਹੈ। ਤੇ ਇਹਦੇ 'ਚ ਆਪਾਂ ਸਾਰੇ ਸਟੈਟਿਕ ਜੀਕੇ ਦੇ ਟੌਪਿਕ ਜਿੰਨੇ ਕਿ ਵੀ ਪੰਜਾਬ ਐਗਜ਼ਾਮਸ ਦੇ ਲਈ ਸੁਪਰ ਇੰਪੋਰਟੈਂਟ ਨੇ, ਹੈ ਨਾ, ਸਾਰੇ ਟੌਪਿਕ ਆਪਾਂ ਕਰ ਰਹੇ ਹਾਂ। ਤਾਂ ਅੱਜ ਵਾਰੀ ਹੈ ਆਪਣਾ ਆਇਲ ਰਿਫਾਈਨਰੀਜ਼ ਦੀ, ਠੀਕ ਹੈ ਨਾ। ਅੱਜ ਦਾ ਟੌਪਿਕ ਕੀ ਆਪਣਾ ਆਇਲ ਰਿਫਾਈਨਰੀ ਹੈ। ਤਾਂ ਇਸ ਨੂੰ ਆਪਾਂ ਕਰਾਂਗੇ ਬਈ। ਇਸ ਤੋਂ ਪਹਿਲਾਂ ਜੇ ਚੈਨਲ ਦੇ ਉੱਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਜਾਂ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਭ ਤੋਂ ਪਹਿਲੀ ਗੱਲ ਚੈਨਲ ਸਬਸਕ੍ਰਾਈਬ ਕਰ ਲਓ। ਦੂਜੀ ਗੱਲ ਇਹ ਹੈ ਵੀ ਅੱਜ ਤੋਂ ਪਹਿਲਾਂ ਜਿੰਨੇ ਵੀ ਸਟੈਟਿਕ ਜੀਕੇ ਦੇ ਟੌਪਿਕ ਹੋਏ ਆ ਉਹ ਸਾਰੇ ਇੱਕ ਅਲੱਗ ਤੋਂ ਪਲੇਲਿਸਟ ਬਣਾ ਕੇ ਰੱਖੇ ਹੋਏ ਆ, ਉਹ ਤੁਸੀਂ ਦੇਖ ਸਕਦੇ ਹੋ। ਪਲੇਲਿਸਟ ਦਾ ਨਾਮ ਹੈਗਾ ਸਟੈਟਿਕ ਜੀਕੇ ਤੇ ਉਹਦਾ ਲਿੰਕ ਵੀ ਤੁਹਾਨੂੰ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ, ਕਮੈਂਟ ਬਾਕਸ 'ਚ ਵੀ ਮਿਲ ਜੂਗਾ। ਉਹ ਜ਼ਰੂਰ ਜਾ ਕੇ ਵੇਖੋ, ਉੱਥੇ ਵੀ ਆਪਾਂ ਨੇ ਪਹਿਲਾਂ ਜਿਹੜੇ ਟੌਪਿਕ ਕਰੇ ਆ ਉਹ ਵੀ ਇੰਪੋਰਟੈਂਟ ਹੈ, ਠੀਕ ਹੈ। ਤਾਂ ਆਇਲ ਰਿਫਾਈਨਰੀ ਯਾਨੀ ਤੇਲ ਸ਼ੋਧਕ ਕਾਰਖਾਨੇ ਅੱਜ ਦਾ ਆਪਣਾ ਟੌਪਿਕ ਹੈ। ਤਾਂ ਇਹ ਸ਼ੁਰੂ ਕਰਦੇ ਹਾਂ ਬਈ। ਆਇਲ ਰਿਫਾਈਨਰੀਜ਼ ਆਫ ਇੰਡੀਆ ਹੁੰਦੀ ਕੀ ਹੈ ਆਇਲ ਰਿਫਾਈਨਰੀ? ਸਭ ਤੋਂ ਜਿਹੜੀ ਮੇਨ ਗੱਲ ਹੈ ਆਇਲ ਰਿਫਾਈਨਰੀ, ਪੰਜਾਬੀ ਦੇ ਵਿੱਚ ਇਹਨੂੰ ਆਪਾਂ ਕਹਾਂਗੇ ਤੇਲ ਸ਼ੋਧਕ ਕਾਰਖਾਨਾ, ਠੀਕ ਹੈ ਨਾ। ਤੇਲ ਸ਼ੋਧਕ ਕਾਰਖਾਨਾ ਇਹ ਵੀ ਪੜਾਂਗੇ। ਇਹਦੇ ਤੇ ਸਿੰਪਲ ਜਿਹੇ ਕੁਐਸਚਨ ਆ ਜਾਂਦੇ ਆ ਕਿ ਇਹ ਤੇਲ ਸ਼ੋਧਕ ਕਾਰਖਾਨਾ ਜਿਹੜਾ ਇਹ ਕਿੱਥੇ ਹੈ, ਇਹ ਆਇਲ ਰਿਫਾਈਨਰੀ ਕਿੱਥੇ ਹੈ। ਇਹ ਤਾਂ ਸਿੰਪਲ ਦੇ ਕੁਐਸਚਨ ਹੈ, ਬਟ ਇਸ ਤੋਂ ਇਲਾਵਾ ਕੁਝ ਹੋਰ ਡਿਫਰੈਂਟ ਜਿਹੇ ਕੁਐਸਚਨ ਵੀ ਆ ਜਾਂਦੇ ਆ, ਤਾਂ ਉਹ ਵੀ ਆਪਾਂ ਦੇਖਾਂਗੇ। ਨਾਲੇ ਤੇਲ ਸ਼ੋਧਕ ਕਾਰਖਾਨੇ ਦੇ ਜਿਹੜੇ ਮੇਨ ਫੰਕਸ਼ਨ ਹੈ ਨਾ, ਉਹ ਵੀ ਆਪਾਂ ਸਮਝਾਂਗੇ ਵੀ ਮਤਲਬ ਕੰਮ ਕਿੱਦਾਂ ਕਰਦਾ ਜਾਂ ਕੀ ਕੰਮ ਹੁੰਦੇ ਆ ਜਾਂ ਇੰਡਸਟਰੀ ਕਿਹੜੀ ਕਿਹੜੀ ਇਨਵੋਲਵ ਹੈ ਇਹਦੇ 'ਚ। ਉਹ ਸਾਰੇ ਕੁਝ ਜਿਹੜੇ ਮੇਨ ਜੇ ਪੁਆਇੰਟ ਆਪਣੇ ਪੰਜਾਬ ਦੇ ਐਗਜ਼ਾਮ ਪੁਆਇੰਟ ਆਫ ਵਿਊ ਨਾਲ, ਉਹ ਸਾਰੇ ਅੱਜ ਆਪਾਂ ਦੇਖਾਂਗੇ, ਠੀਕ ਹੈ ਨਾ। ਤਾਂ ਸਭ ਤੋਂ ਪਹਿਲੀ ਗੱਲ, ਆਇਲ ਰਿਫਾਈਨਰੀ ਪੜ੍ਹਨ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਰੂਡ ਆਇਲ ਕੀ ਹੁੰਦਾ ਹੈ, ਠੀਕ ਹੈ। ਕਰੂਡ ਆਇਲ ਕੱਚਾ ਤੇਲ। ਦੇਖੋ ਕਰੂਡ ਆਇਲ ਆਪਾਂ ਆਪਣੀ ਜਿਹੜੀ ਬਾਈਕ ਹੁੰਦੀ ਹੈ ਜਾਂ ਆਪਣੀ ਕਾਰਾਂ ਗੱਡੀਆਂ ਬੱਸਾਂ ਜੋ ਵੀ ਹੈਗੀਆਂ ਇਹਨਾਂ ਦੇ ਵਿੱਚ ਪੈਟਰੋਲ ਡੀਜ਼ਲ ਵਗੈਰਾ ਯੂਜ਼ ਕਰਦੇ ਆ, ਹੈ ਨਾ। ਪੈਟਰੋਲ ਡੀਜ਼ਲ ਵਗੈਰਾ ਇਹ ਸਾਰਾ ਕੁਝ ਯੂਜ਼ ਕਰਦੇ ਆ। ਇਹ ਸਾਨੂੰ ਧਰਤੀ ਤੋਂ ਡਾਇਰੈਕਟ ਨਹੀਂ ਮਿਲਦਾ, ਇਹ ਸਾਨੂੰ ਧਰਤੀ ਤੋਂ ਡਾਇਰੈਕਟ ਨਹੀਂ ਮਿਲਦਾ। ਧਰਤੀ ਤੋਂ ਸਾਨੂੰ ਕੀ ਮਿਲਦਾ ਹੈ? ਕਰੂਡ ਆਇਲ ਮਿਲਦਾ ਹੈ, ਕੱਚਾ ਤੇਲ। ਅਵਸਾਦੀ ਚੱਟਾਨਾਂ ਹੁੰਦੀਆਂ ਸੈਡੀਮੈਂਟਰੀ ਰੌਕਸ, ਠੀਕ ਹੈ ਨਾ। ਅਵਸਾਦੀ ਜਾਂ ਫਿਰ ਤਲਛਟੀ ਚੱਟਾਨਾਂ ਇਹਨੂੰ ਆਪਾਂ ਕਹਿ ਦਿੰਦੇ ਆ। ਅਵਸਾਦੀ ਚੱਟਾਨਾਂ ਦੇ ਵਿੱਚ ਸਾਨੂੰ ਕਰੂਡ ਆਇਲ ਮਿਲਦਾ, ਠੀਕ ਹੈ। ਇਹ ਕਰੂਡ ਆਇਲ ਆਪਾਂ ਉੱਥੋਂ ਕੱਢ ਲੈਂਦੇ ਆ। ਕੱਢਣ ਤੋਂ ਬਾਅਦ ਇਹਨੂੰ ਆਪਾਂ ਕਰਦੇ ਆ ਸਾਫ਼ ਕਰਦੇ ਆ, ਜਾਂ ਤੁਸੀਂ ਕਹਿ ਸਕਦੇ ਹੋ ਇਹਨੂੰ ਆਪਾਂ ਕੀ ਕਰਦੇ ਆ? ਰਿਫਾਈਨ ਕਰਦੇ ਆ। ਰਿਫਾਈਨ ਕਰਨ ਤੋਂ ਬਾਅਦ ਇਹਦੇ ਚੋਂ ਅਲੱਗ-ਅਲੱਗ ਪ੍ਰੋਡਕਟ ਨਿਕਲਦੇ ਆ ਬਈ, ਜਿਵੇਂ ਪੈਟਰੋਲ ਹੋ ਗਿਆ, ਡੀਜ਼ਲ ਹੋ ਗਿਆ, ਗੈਸ ਹੋ ਗਿਆ, ਮਿੱਟੀ ਦਾ ਤੇਲ ਹੋ ਗਿਆ, ਐਦਾਂ ਕਰਕੇ, ਹੈ ਨਾ। ਇੱਕ ਆਪਾਂ ਮੁਗਲਾਇਲ ਯੂਜ਼ ਕਰਦੇ ਆ, ਠੀਕ ਹੈ। ਉਹ ਸਾਰਾ ਕੁਝ ਨਿਕਲਦਾ ਹੈ, ਉਹ ਵੀ ਆਪਾਂ ਅੱਗੇ ਦੇਖਾਂਗੇ। ਤਾਂ ਇਹ ਜਿੱਥੇ ਕੰਮ ਇਹ ਹੁੰਦਾ ਹੈ ਨਾ, ਰਿਫਾਈਨ ਕਰਨ ਵਾਲਾ, ਸਾਫ਼ ਕਰਨ ਵਾਲਾ, ਉਸੇ ਨੂੰ ਆਪਾਂ ਬੋਲਦੇ ਆ ਆਇਲ ਰਿਫਾਈਨਰੀ, ਠੀਕ ਹੈ। ਕਰੂਡ ਆਇਲ ਨੂੰ ਧਰਤੀ ਚੋਂ ਕੱਢਣ ਤੋਂ ਬਾਅਦ, ਕਰੂਡ ਆਇਲ ਨੂੰ ਧਰਤੀ ਤੋਂ ਕੱਢਣ ਤੋਂ ਬਾਅਦ ਜਿੱਥੇ ਉਹਨੂੰ ਲਿਜਾ ਕੇ ਸਾਫ਼ ਕਰਿਆ ਜਾਂਦਾ ਹੈ, ਸਾਫ਼ ਕਰਕੇ ਮਤਲਬ ਰਿਫਾਈਨ ਕਰਕੇ ਉਹਦੇ ਚੋਂ ਅਲੱਗ-ਅਲੱਗ ਪ੍ਰੋਡਕਟ ਕੱਢੇ ਜਾਂਦੇ ਆ, ਉਸੇ ਕੰਪਨੀ ਨੂੰ, ਉਸੇ ਇੰਡਸਟਰੀ ਨੂੰ, ਉਸੇ ਫੈਕਟਰੀ ਨੂੰ ਆਪਾਂ ਕਹਿੰਦੇ ਆ ਤੇਲ ਸ਼ੋਧਕ ਕਾਰਖਾਨਾ ਜਾਂ ਫਿਰ ਆਇਲ ਰਿਫਾਈਨਰੀ। ਤਾਂ ਇਦਾਂ ਕਰਕੇ ਇੰਡੀਆ ਦੇ ਵਿੱਚ ਕਾਫੀ ਸਾਰੀ ਆਇਲ ਰਿਫਾਈਨਰੀਆਂ ਹੈਗੀਆਂ, ਅਲੱਗ-ਅਲੱਗ ਸਟੇਟਾਂ ਦੇ ਵਿੱਚ, ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ। ਉਹਨਾਂ ਦੇ ਉੱਤੇ ਡਾਇਰੈਕਟ ਕੁਐਸਚਨ ਪੁੱਛਿਆ ਜਾਂਦਾ ਹੈ, ਠੀਕ ਹੈ। ਉਹ ਵੀ ਆਪਾਂ ਅੱਗੇ ਪੜਾਂਗੇ। ਉਸ ਤੋਂ ਪਹਿਲਾਂ ਕੁਝ ਉਹ ਪ੍ਰੋਡਕਟ ਦੇਖੋ ਜਿਹੜੇ ਕਿ ਸਾਨੂੰ ਮਿਲਦੇ ਆ ਕਰੂਡ ਆਇਲ ਤੋਂ ਯਾਨੀ ਕੱਚੇ ਤੇਲ ਤੋਂ, ਠੀਕ ਹੈ। ਤਾਂ ਮੇਨ ਇੱਕ ਤਾਂ ਪੈਟਰੋਲ ਹੋ ਗਿਆ ਬਈ, ਪੈਟਰੋਲੀਅਮ ਗੈਸ, ਠੀਕ ਹੈ। ਇਹ ਯਾਦ ਰੱਖਣਾ ਹੈ, ਮਤਲਬ ਪੈਟਰੋਲ ਹੋ ਗਿਆ, ਗੈਸੋਲੀਨ ਹੋ ਗਈ। ਇੱਕ ਤਾਂ ਇਹ ਪੈਟਰੋਲ ਹੋ ਗਿਆ ਯਾਨੀ ਪੈਟਰੋਲੀਅਮ ਗੈਸ। ਇਹਦੇ ਚ ਬਿਊਟੇਨ ਤੇ ਪ੍ਰੋਪੇਨ ਮੇਨ ਹੁੰਦੀ ਹੈ, ਇਹਦਾ ਵੀ ਪ੍ਰਯੋਗ ਆਪਾਂ ਕਰ ਲੈਂਦੇ ਆ। ਪੈਟਰੋਲੀਅਮ ਗੈਸ ਹੋ ਗਿਆ, ਗੈਸੋਲੀਨ ਯਾਨੀ ਪੈਟਰੋਲ ਹੋ ਗਿਆ, ਨੈਪਥਾ ਯਾਨੀ ਜਿਹੜਾ ਕੈਰੋਸੀਨ ਆਇਲ ਹੁੰਦਾ, ਮਿੱਟੀ ਦਾ ਤੇਲ ਜਿਹਨੂੰ ਆਪਾਂ ਕਹਿੰਦੇ ਆ, ਜਾਂ ਘਾਸਲੇਟ ਕਹਿੰਦੇ ਆ ਹਿੰਦੀ ਦੇ ਵਿੱਚ। ਤਾਂ ਘਾਸਲੇਟ, ਮਿੱਟੀ ਦਾ ਤੇਲ, ਕੈਰੋਸੀਨ ਆਇਲ ਜਾਂ ਨੈਪਥਾ, ਇਹ ਵੀ ਸਾਨੂੰ ਕਰੂਡ ਆਇਲ ਯਾਨੀ ਕੱਚੇ ਤੇਲ ਤੋਂ ਹੀ ਮਿਲਦਾ ਹੈ। ਪੈਰਾਫਿਨ ਵੈਕਸ ਹੋ ਗਈ, ਇਹ ਇੱਕ ਮੋਮ ਵਰਗਾ ਪਦਾਰਥ ਹੁੰਦਾ, ਇਹ ਵੀ ਇੱਥੋਂ ਹੀ ਮਿਲਦਾ ਸਾਨੂੰ। ਇਸ ਤੋਂ ਇਲਾਵਾ ਵੈਸਲੀਨ ਜਿਹੜੀ ਆਪਾਂ ਯੂਜ਼ ਕਰਦੇ ਆ, ਵੈਸਲੀਨ, ਉਹਨੂੰ ਪੜ੍ਹਿਓ ਤੁਸੀਂ, ਉਹਦੇ ਥੱਲੇ ਵੀ ਲਿਖਿਆ ਹੁੰਦਾ ਪੈਟਰੋਲੀਅਮ ਜੈਲੀ, ਉਹ ਵੀ ਸਾਨੂੰ ਕਰੂਡ ਆਇਲ ਤੋਂ ਮਿਲਦੀ ਹੈ, ਠੀਕ ਹੈ। ਡੀਜ਼ਲ ਹੋ ਗਿਆ, ਫਿਊਲ ਆਇਲ ਹੋ ਗਿਆ, ਲੁਬਰੀਕੇਸ਼ਨ ਆਇਲ ਜਿਹੜਾ ਮਗਲੈਲ ਹੁੰਦਾ ਉਹ ਹੋ ਗਿਆ। ਇਸ ਤੋਂ ਇਲਾਵਾ ਬਿਟੂਮਨ ਜਿਹੜਾ ਆਪਣਾ ਲੁੱਕ ਜਿਹਦੀ ਸੜਕਾਂ ਬਣਦੀਆਂ ਨਾ, ਤਾਰਕੋਲ, ਜਾਂ ਇਹਨੂੰ ਆਪਾਂ ਅਸਫਾਲਟ ਹਿੰਦੀ ਦੇ ਵਿੱਚ ਇਹ ਵੀ ਕਹਿ ਦਿੰਦੇ ਆ, ਅਸਫਾਲਟ, ਤਾਰਕੋਲ, ਲੁੱਕ, ਇਹ ਸਾਰਾ ਕੁਝ ਸਾਨੂੰ ਕੱਚੇ ਤੇਲ ਤੋਂ ਹੀ ਪ੍ਰਾਪਤ ਹੁੰਦਾ ਹੈ, ਸਾਰਾ ਕੁਝ, ਠੀਕ ਹੈ। ਉਹਨੂੰ ਆਪਾਂ ਕੱਚੇ ਤੇਲ ਨੂੰ, ਕਰੂਡ ਆਇਲ ਨੂੰ ਪਾਣੀ ਦੇ ਵਿੱਚ ਮਿਕਸ ਕਰਕੇ ਅਲੱਗ-ਅਲੱਗ ਟੈਂਪਰੇਚਰ ਦੇ ਉੱਤੇ ਮਤਲਬ ਗਰਮ ਕਰਦੇ ਆ, ਫਿਰ ਉਹਦੇ ਤੋਂ ਹੀ ਸਾਨੂੰ ਅਲੱਗ-ਅਲੱਗ ਟੈਂਪਰੇਚਰ ਤੇ ਅਲੱਗ-ਅਲੱਗ ਪ੍ਰੋਡਕਟ ਜਿਹੜੇ ਉਹ ਮਿਲਦੇ ਰਹਿੰਦੇ ਆ, ਠੀਕ ਹੈ ਨਾ। ਬਾਕੀ ਇੰਨਾ ਜ਼ਿਆਦਾ ਸਾਇੰਸ ਦੇ ਵਿੱਚ ਹੀ ਆਪਾਂ ਪੜਾਂਗੇ। ਫਿਲਹਾਲ ਤੁਸੀਂ ਇੰਨਾ ਕੁ ਯਾਦ ਰੱਖੋ ਕਿ ਇਹ ਸਾਰੇ ਪ੍ਰੋਡਕਟ, ਇਸ ਤੋਂ ਇਲਾਵਾ ਵਿਟਾਮਿਨਸ ਵਗੈਰਾ ਤੇ ਕੁਝ ਜਿਹੜੇ ਮਤਲਬ ਕੁਝ ਖਾਣ ਵਾਲੇ ਪਦਾਰਥ ਜਿਹੜੇ ਉਹ ਵੀ ਸਾਨੂੰ ਇੱਥੋਂ ਮਿਲਦੇ ਆ ਕਰੂਡ ਆਇਲ ਤੋਂ, ਠੀਕ ਹੈ ਨਾ। ਇਹ ਵੀ ਯਾਦ ਰੱਖਣਾ ਆਪਾਂ ਨੇ। ਤਾਂ ਇਹ ਸਾਰਾ ਕੁਝ ਹੈ। ਕਈ ਵਾਰ ਇਹਦੇ ਤੇ ਇਦਾਂ ਦਾ ਕੁਐਸਚਨ ਬਣ ਜਾਂਦਾ ਹੈ ਕਿ 3-4 ਆਪਸ਼ਨ ਪਾ ਦੇਣਗੇ, ਕਹਿ ਦੇਣਗੇ ਇਹਨਾਂ ਵਿੱਚੋਂ ਕਿਹੜੀ ਚੀਜ਼ ਹੈ ਜਿਹੜੀ ਪੈਟਰੋਲੀਅਮ ਤੋਂ ਨਹੀਂ ਪ੍ਰਾਪਤ ਹੁੰਦੀ, ਕਰੂਡ ਆਇਲ ਤੋਂ ਨਹੀਂ ਪ੍ਰਾਪਤ ਹੁੰਦੀ, ਜਾਂ ਫਿਰ ਪ੍ਰਾਪਤ ਹੁੰਦੀ ਹੈ। ਇਦਾਂ ਕਰਕੇ ਕੁਐਸਚਨ ਹੈ ਜਿਹੜਾ
ਪੁੱਛ ਲੈਂਦੇ ਆ। ਠੀਕ ਹੈ, ਜਿਹੜਾ ਕਰੂਡ ਆਇਲ ਹੈ, ਕੱਚਾ ਤੇਲ ਹੈ, ਇਹਨੂੰ ਆਪਾਂ ਨਾ ਤਰਲ ਸੋਨਾ, ਲਿਕੁਇਡ 골ਡ ਵੀ ਕਹਿ ਦਿੰਦੇ ਆ, ਇਹ ਵੀ ਯਾਦ ਰੱਖ ਸਕਦੇ ਹੋ ਤੁਸੀਂ। ਠੀਕ ਹੈ ਨਾ, ਤਰਲ ਸੋਨਾ ਵੀ ਕਿਹਾ ਜਾਂਦਾ ਹੈ, ਇਹ ਵੀ ਯਾਦ ਰੱਖ ਲਿਓ, ਜਿਹੜਾ ਕੱਚਾ ਤੇਲ ਹੈ ਤਰਲ ਸੋਨਾ। ਬਾਕੀ ਰਹੀ ਗੱਲ ਇੰਡੀਆ ਦੇ ਵਿੱਚ ਬਈ ਇਸ ਤਰਲ ਸੋਨੇ ਦੀ ਜਾਂ ਕਰੂਡ ਆਇਲ ਦੀ, ਤਾਂ ਇੰਡੀਆ ਦੇ ਵਿੱਚ ਇੰਨਾ ਜ਼ਿਆਦਾ ਇਹ ਨਹੀਂ ਮਿਲਦਾ। ਠੀਕ ਹੈ, ਇੰਡੀਆ ਦੇ ਵਿੱਚ ਇੰਨਾ ਜ਼ਿਆਦਾ ਨਹੀਂ ਮਿਲਦਾ ਜਿੰਨੀ ਸਾਨੂੰ ਲੋੜ ਹੈ, ਕਿਉਂਕਿ ਇੱਥੇ ਆਬਾਦੀ ਬਹੁਤ ਹੈ, ਬਹੁਤ ਜ਼ਿਆਦਾ ਯੂਜ਼ ਹੈਗਾ ਪੈਟਰੋਲ ਡੀਜ਼ਲ ਦਾ। ਬਟ ਜਿੰਨਾ ਕੁ ਸਾਡੇ ਦੇਸ਼ ਦੇ ਵਿੱਚ ਇਹ ਪੈਦਾ ਹੁੰਦਾ, ਮਤਲਬ ਪੈਦਾ ਤਾਂ ਕੀ ਹੋਣਾ, ਜਿੰਨਾ ਕੁ ਸਾਡੇ ਦੇਸ਼ 'ਚ ਇਹ ਮਤਲਬ ਮਿਲਦਾ ਹੈ ਥੱਲੋਂ, ਹੈ ਨਾ, ਧਰਤੀ ਦੇ ਵਿੱਚੋਂ ਆਪਾਂ ਇਹਨੂੰ ਕੱਢਦੇ ਹਾਂ, ਉਹਨਾਂ ਕੁ ਸਾਡੇ ਲਈ ਕਾਫੀ ਨਹੀਂ ਹੈਗਾ, ਸਾਨੂੰ ਇਹ ਬਾਹਰੋਂ ਮੰਗਾਉਣਾ ਪੈਂਦਾ। ਠੀਕ ਹੈ, ਬਹੁਤ ਜ਼ਿਆਦਾ ਆਪਾਂ ਨੂੰ ਇੰਪੋਰਟ ਕਰਨਾ ਪੈਂਦਾ ਇਹ ਸਾਰਾ ਕੁਝ। ਤਾਂ ਇੰਡੀਆ ਦੇ ਵਿੱਚ ਜਿਹੜੇ ਜਿਹੜੇ ਸਥਾਨ ਤੇ ਇਹ ਸਾਨੂੰ ਮਿਲਦਾ ਹੈ, ਉਹ ਪੁਆਇੰਟ ਵੀ ਇੰਪੋਰਟੈਂਟ ਹੈ, ਉਹ ਸਥਾਨ ਵੀ ਇੰਪੋਰਟੈਂਟ ਹੈ, ਉਹਨਾਂ ਦੇ ਉੱਤੇ ਡਾਇਰੈਕਟ ਕੁਐਸਚਨ ਦੇਖਣ ਨੂੰ ਮਿਲਦਾ ਹੈ। ਠੀਕ ਹੈ, ਉਹ ਵੀ ਦੇਖ ਲੈਂਦੇ ਆ ਆਇਲ ਰਿਫਾਈਨਰੀ ਪੜ੍ਹਨ ਤੋਂ ਪਹਿਲਾਂ। ਤਾਂ ਇਹ ਉਹ ਸਟੇਟ ਨੇ ਬਈ ਜਿੱਥੇ ਕੱਚਾ ਤੇਲ ਹੈ ਜਿਹੜਾ ਨਿਕਲਦਾ ਹੈ। ਪਹਿਲੀ ਗੱਲ ਤਾਂ ਨਾ ਇਹ ਯਾਦ ਰੱਖੋ, ਜਿਹੜਾ ਕੱਚਾ ਤੇਲ ਨਿਕਲਦਾ ਹੈ ਨਾ, ਜਾਂ ਤਾਂ ਉਹ ਸਾਨੂੰ ਧਰਤੀ ਦੇ ਵਿੱਚੋਂ ਮਿਲੂਗਾ, ਜਿਵੇਂ ਲੈਂਡ ਹੋ ਗਈ, ਹੈ ਨਾ, ਜਿਵੇਂ ਆਪਣਾ ਪੰਜਾਬ ਹਰਿਆਣਾ, ਇੱਥੇ ਸਾਨੂੰ ਸਮੁੰਦਰ ਤਾਂ ਨਹੀਂ ਲੱਗਦਾ, ਇੱਥੋਂ ਅਗਰ ਸਾਨੂੰ ਧਰਤੀ ਦੇ ਥੱਲੇ ਮਿਲੂਗਾ ਤੇਲ ਤਾਂ ਆਪਾਂ ਉਹਨੂੰ ਕਹਾਂਗੇ ਬਈ ਔਨ ਸ਼ੋਰ। ਠੀਕ ਹੈ ਨਾ, ਔਨ ਸ਼ੋਰ ਮਤਲਬ ਅਰਥ ਸਰਫੇਸ, ਧਰਤੀ ਦੇ ਸਰਫੇਸ ਤੇ ਜੇ ਸਾਨੂੰ ਮਿਲਦਾ ਹੈ ਤਾਂ ਇਹ ਕੀ ਹੋ ਗਿਆ, ਔਨ ਸ਼ੋਰ ਹੋ ਗਿਆ। ਇੱਕ ਹੁੰਦਾ ਆਫ ਸ਼ੋਰ, ਇਹ ਵੀ ਯਾਦ ਰੱਖ ਸਕਦੇ ਹੋ ਜੇ ਰੱਖਣਾ ਹੈ, ਅਦਰਵਾਈਜ਼ ਇਹਨਾਂ ਡਿਟੇਲ 'ਚ ਜਾਣ ਦੀ ਲੋੜ ਹੈਗੀ ਨਹੀਂ। ਵੈਸੇ ਆਫ ਸ਼ੋਰ ਹੁੰਦਾ ਹੈ ਸੀ ਬੈੱਡ ਤੋਂ ਮਿਲਣ ਵਾਲਾ, ਮਤਲਬ ਜਿਹੜਾ ਸਮੁੰਦਰ ਹੈ ਨਾ, ਸਮੁੰਦਰ ਦੇ ਵਿੱਚ ਤਾਂ ਪਾਣੀ ਹੈ, ਪਾਣੀ ਦੇ ਥੱਲੇ ਕੀ ਹੈ, ਉੱਥੇ ਵੀ ਤਾਂ ਧਰਤੀ ਹੈ ਨਾ, ਉੱਥੇ ਵੀ ਤਾਂ ਫਲੋਰ ਹੈ, ਬੈੱਡ, ਜੇ ਉਹਦੇ ਥੱਲੇ ਮਿਲਦਾ ਉਹਨੂੰ ਆਪਾਂ ਬੋਲਦੇ ਹਾਂ ਆਫਸ਼ੋਰ। ਠੀਕ ਹੈ, ਉਹ ਆਫਸ਼ੋਰ ਲੋਕੇਸ਼ਨ ਹੋਗੀ, ਆਫਸ਼ੋਰ ਸਾਈਟ ਹੋਗੀ। ਇਹ ਔਨਸ਼ੋਰ ਸਾਈਟ ਹੁੰਦੀ ਹੈ ਜਿਹੜੀ ਧਰਤੀ ਦੇ ਉੱਤੇ ਡਾਇਰੈਕਟ ਮਿਲਦਾ। ਤਾਂ ਆਪਣੇ ਇੰਡੀਆ ਦੇ ਵਿੱਚ ਔਨਸ਼ੋਰ ਹੀ ਹੈਗੇ ਆ ਸਾਰੇ, ਬਸ ਇੱਕ ਆਫਸ਼ੋਰ ਵੀ ਹੈਗਾ ਆ, ਉਹੀ ਦੇਖ ਲੈਂਦੇ ਆਪਾਂ। ਠੀਕ ਹੈ, ਆ ਜਾਓ ਫਿਰ। ਇਹ ਉਹ ਸਥਾਨ ਨੇ ਬਈ ਜਿੱਥੋਂ ਆਪਣੇ ਇੰਡੀਆ ਦੇ ਵਿੱਚ ਤੇਲ ਹੈ ਜਿਹੜਾ ਨਿਕਲਦਾ ਹੈ। ਅਸਾਮ ਦੀ ਗੱਲ ਕਰਦੇ ਹਾਂ, ਅਸਾਮ ਦੇ ਵਿੱਚ ਡਿਗਬੋਈ ਸੁਪਰ ਇੰਪੋਰਟੈਂਟ ਹੈ, ਬਹੁਤ ਜ਼ਿਆਦਾ। ਇਹ ਕੁਐਸਚਨ ਪਹਿਲਾਂ ਪੁੱਛਿਆ ਹੋਇਆ, ਡਿਗਬੋਈ ਕਿੱਥੇ ਹੈ? ਡਿਗਬੋਈ ਅਸਾਮ ਦੇ ਵਿੱਚ ਹੈ। ਡਿਗਬੋਈ ਕਿੱਥੇ ਹੈ? ਅਸਾਮ ਦੇ ਵਿੱਚ। ਤੇ ਇੱਥੋਂ ਹੀ ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਪੈਟਰੋਲ ਹੈ ਜਿਹੜਾ ਮਿਲਿਆ ਸੀ, ਫਸਟ। ਠੀਕ ਹੈ ਨਾ, ਉਸ ਤੋਂ ਬਾਅਦ ਨਾਹਰ ਕਟਿਆ, ਮੋਰਾਨ ਹੁਗਰੀਜ਼ਾਨ, ਇਹ ਹੈਗੇ ਆ, ਇੱਥੋਂ ਵੀ ਮਿਲਦਾ ਹੈ ਤੇਲ। ਠੀਕ ਹੈ, ਇਹ ਸਾਰੀ ਦੀ ਸਾਰੀ ਔਨ ਸ਼ੋਰ ਸਾਈਟਾਂ, ਕਿਉਂਕਿ ਅਸਾਮ ਤੁਹਾਨੂੰ ਪਤਾ ਸਮੁੰਦਰ ਦੇ ਕਿਨਾਰੇ ਤਾਂ ਹੈ ਨਹੀਂ। ਗੁਜਰਾਤ ਦੀ ਵੀ ਇਹ ਸਾਰੀ ਦੀ ਸਾਰੀ ਕੀ ਹੈ, ਔਨ ਸ਼ੋਰ ਹੈ। ਅੰਕਲੇਸ਼ਵਰ ਸੁਪਰ ਇੰਪੋਰਟੈਂਟ ਹੈ, ਲੂਨੇਜ ਫੀਲਡ, ਕਲੋਲ ਫੀਲਡ, ਤੇ ਇਸ ਤੋਂ ਇਲਾਵਾ ਇਹ ਵੀ ਬਹੁਤ ਇੰਪੋਰਟੈਂਟ ਆ ਆਲੀਆ ਬੇਟ। ਇਹਦੇ ਤੇ ਡਾਇਰੈਕਟ ਕੁਐਸਚਨ ਪਹਿਲਾਂ ਪੁੱਛਿਆ ਗਿਆ। ਆਲੀਆ ਬੇਟ ਜਿਹੜੀ ਸਾਈਟ ਹੈ ਜਿੱਥੋਂ ਪੈਟਰੋਲ ਨਿਕਲਦਾ ਹੈ ਜਾਂ ਫਿਰ ਜਿੱਥੇ ਕੱਚੇ ਤੇਲ ਦਾ ਕੂਆ, ਉਹ ਕਿੱਥੇ ਹੈ? ਉਹ ਗੁਜਰਾਤ ਦੇ ਵਿੱਚ ਹੈ। ਇਹ ਯਾਦ ਰੱਖਣਾ, ਇਹ ਗੁਜਰਾਤ ਦੀ 4 ਸਾਈਟਾਂ ਯਾਦ ਰੱਖਣੀਆਂ, ਬਹੁਤ ਇੰਪੋਰਟੈਂਟ ਹੈ। ਅੰਕਲੇਸ਼ਵਰ, ਲੂਨੇਜ ਫੀਲਡ, ਕਲੋਲ ਫੀਲਡ ਤੇ ਆਲੀਆ ਬੇਟ। ਠੀਕ ਹੈ ਨਾ, ਇਹ ਯਾਦ ਰੱਖਣਾ। ਇਹ ਗੁਜਰਾਤ ਵਾਲੀ ਹੋਗੀ, ਇਹ ਅਸਾਮ ਵਾਲੀ ਸੀਗੀ। ਮਹਾਰਾਸ਼ਟਰ ਦੇ ਵਿੱਚ ਮੁੰਬਈ ਹਾਈ ਫੀਲਡ ਕਿੱਥੇ ਹੈ? ਇਹ ਸਮੁੰਦਰ ਦੇ ਵਿੱਚ ਹੈ। ਇਹ ਜਿਹੜੀ ਸਾਈਟ ਹੈ ਇਹ ਆਫ ਸ਼ੋਰ ਹੈ। ਕਿਹੜੀ ਸਾਈਟ ਹੈ? ਆਫ ਸ਼ੋਰ, ਯਾਨੀ ਇਹ ਸਮੁੰਦਰ ਦੇ ਵਿੱਚ ਹੈ ਨਾ, ਮਹਾਰਾਸ਼ਟਰ ਦੇ ਵਿੱਚ ਹੈ। ਮੁੰਬਈ ਹਾਈ ਫੀਲਡ ਇਹਦਾ ਨਾਂ ਹੈ। ਸਮੁੰਦਰ ਦੇ ਵਿੱਚ ਜਿਹੜੀ ਖੰਬਾਤ ਦੀ ਖਾੜੀ ਹੈ ਨਾ, ਉਸ ਸਾਈਡ ਇਹ ਮਿਲਦੀ ਹੈ। ਠੀਕ ਹੈ, ਯਾਦ ਰੱਖਣਾ ਆਪਾਂ ਨੇ। ਤੇ ਇਹ ਮੁੰਬਈ ਹਾਈ ਫੀਲਡ ਸਮੁੰਦਰ ਦੇ ਵਿੱਚ, ਇੱਥੇ ਇੱਕ ਪਲੇਟਫਾਰਮ ਬਣਾਇਆ ਹੋਇਆ। ਠੀਕ ਹੈ, ONGC ਕੰਪਨੀ ਦੇ ਕੰਟਰੋਲ ਦੇ ਵਿੱਚ ਹੈ। ਇੱਥੇ ONGC ਕੰਪਨੀ ਹੈ ਜਿਹੜੀ, ਉਹ ਕੱਢਦੀ ਹੈ ਕੱਚਾ ਤੇਲ ਇੱਥੋਂ। ONGC ਕੰਪਨੀ ਨੇ ਸਮੁੰਦਰ ਦੇ ਵਿੱਚ ਇੱਕ ਪਲੇਟਫਾਰਮ ਬਣਾਇਆ ਹੋਇਆ, ਉੱਥੇ ਆਪਣਾ ਮਤਲਬ ਸਾਰਾ ਵੀ ਇਹਨਾਂ ਨੇ ਜੋ ਵੀ ਟੂਲ ਵਗੈਰਾ ਹੈ, ਜੋ ਪੰਪ ਵਗੈਰਾ ਨੇ ਲਗਾਇਆ ਹੋਇਆ, ਧਰਤੀ ਦੇ ਵਿੱਚੋਂ ਕਰੂਡ ਆਇਲ ਕੱਢ ਰਹੇ ਆ ਪੂਰੀ, ਮਤਲਬ ਇੱਕ ਤਰ੍ਹਾਂ ਦੀ ਇੰਡਸਟਰੀ ਇੱਥੇ ਲਗਾਈ ਹੋਈ ਹੈ। ਉਸ ਪਲੇਟਫਾਰਮ ਦਾ ਨਾਮ ਹੈਗਾ ਸਾਗਰ ਸਮਰਾਟ ਪਲੇਟਫਾਰਮ। ਠੀਕ ਹੈ, ਮੁੰਬਈ ਹਾਈ ਫੀਲਡ ਤਾਂ ਸਮੁੰਦਰ ਦੇ ਵਿੱਚ ਉਹ ਜਗ੍ਹਾ ਹੋਗੀ ਜਿੱਥੋਂ ਤੇਲ ਨਿਕਲਦਾ ਹੈ। ਤੇ ਇਹ ਤੇਲ ਵੀ ਨਾ ਰੂਸ ਨੇ ਖੋਜਿਆ ਸੀ, ਇਹ ਜਗ੍ਹਾ ਵੀ ਰੂਸ ਨੇ ਖੋਜੀ ਸੀ। ਜੇ ਤੁਸੀਂ ਲਿਖਣਾ ਲਿਖ ਸਕਦੇ ਹੋ, ਰਸ਼ੀਆ ਨੇ ਇਹ ਜਗ੍ਹਾ ਹੈ ਜਿਹੜੀ ਉਹ ਖੋਜੀ ਸੀ। ਠੀਕ ਹੈ, ਰਸ਼ੀਆ ਨੇ ਦੱਸਿਆ ਸੀ ਕਿ ਇੱਥੇ ਤੇਲ ਹੈ, ਸਮੁੰਦਰ ਦੇ ਥੱਲੇ ਇੱਥੇ ਤੇਲ ਮਿਲੂਗਾ। ਤਾਂ ਰਸ਼ੀਆ ਦੇ ਕਹਿਣ ਤੇ ਹੀ ਆਪਾਂ ਨੇ ਫਿਰ ਇੱਥੇ ਖਦਾਈ ਵਗੈਰਾ ਜਿਹੜੀ ਉਹ ਸ਼ੁਰੂ ਕਰੀ। ਇਹਦਾ ਜਗ੍ਹਾ ਦਾ ਨਾਮ ਰੱਖਿਆ ਮੁੰਬਈ ਹਾਈ ਫੀਲਡ। ਤੇ ਇੱਥੇ ਜਿਹੜਾ ਪਲੇਟਫਾਰਮ ਬਣਾਇਆ ਹੋਇਆ, ਉਸ ਪਲੇਟਫਾਰਮ ਦਾ ਨਾਮ ਹੈਗਾ, ONGC ਕੰਪਨੀ ਦਾ ਇਹ ਪਲੇਟਫਾਰਮ ਹੈ, ਸਾਗਰ ਸਮਰਾਟ ਪਲੇਟਫਾਰਮ। ਯਾਦ ਰੱਖਣਾ, ਇਹ ਵੀ ਇੰਪੋਰਟੈਂਟ ਹੈ। ਤਾਂ ਇੱਥੋਂ ਆਪਾਂ ਤੇਲ ਕੱਢਦੇ ਹਾਂ ਬਈ, ਕੱਚਾ ਤੇਲ। ਠੀਕ ਹੈ, ਤਾਂ ਇਹ ਕਿਹੜੀ ਸਾਈਟ ਹੋਗੀ? ਆਫਸ਼ੋਰ। ਬਾਕੀ ਰਾਜਸਥਾਨ, ਬੰਗਾਲ, ਇੱਥੋਂ ਵੀ ਆਪਾਂ ਕੀ ਹੈ, ਧਰਤੀ ਦੇ ਵਿੱਚੋਂ ਤੇਲ ਹੈ ਜਿਹੜਾ ਕਰੂਡ ਆਇਲ ਉਹ ਕੱਢਦੇ ਆ। ਠੀਕ, ਤਾਂ ਇਹ ਤਾਂ ਉਹ ਜਗ੍ਹਾ ਹੋਗੀ ਜਿੱਥੋਂ ਆਪਾਂ ਨੂੰ ਤੇਲ ਹੈ ਜਿਹੜਾ ਮਿਲਦਾ ਹੈ। ਬਟ ਇਸ ਤੇਲ ਨਾਲ ਆਪਣਾ ਗੁਜ਼ਾਰਾ ਨਹੀਂ ਹੁੰਦਾ, ਸਾਨੂੰ ਤੇਲ ਹੈ ਜਿਹੜਾ ਇੰਪੋਰਟ ਕਰਨਾ ਪੈਂਦਾ ਹੈ। ਰਸ਼ੀਆ ਤੋਂ ਵੀ ਕਰਦੇ ਹਾਂ ਆਪਾਂ, ਈਰਾਨ ਤੋਂ ਵੀ ਕਰਦੇ ਹਾਂ, ਸਾਊਦੀ ਜਿਹੜੀ ਅਰਬ ਦੀ ਕੰਟਰੀਜ਼ ਹੈਗੀਆਂ, ਹੋਰ ਵੀ ਅਰਬ ਦੀ ਕੰਟਰੀਜ਼ ਹੈਗੀਆਂ, ਸਾਰਿਆਂ ਤੋਂ ਆਪਾਂ ਤੇਲ ਲੈਂਦੇ ਆ। ਠੀਕ ਹੈ, ਤਾਂ ਉਹ ਇੱਕ ਅਲੱਗ ਹੀ ਟੌਪਿਕ ਹੋ ਗਿਆ। ਹੁਣ ਆਇਲ ਰਿਫਾਈਨਰੀ ਤੁਹਾਨੂੰ ਪਤਾ ਲੱਗਿਆ, ਉਹ ਵਾਲਾ ਸਥਾਨ ਹੈ, ਉਹ ਵਾਲੀ ਇੰਡਸਟਰੀ ਹੈ ਜਿੱਥੇ ਕੀ ਕਰਦੇ ਹਾਂ ਆਪਾਂ,
ਕਰੂਡ ਆਇਲ ਹੈ ਜਿਹੜਾ ਉਹਨੂੰ ਆਪਾਂ ਰਿਫਾਈਨ ਕਰਦੇ ਹਾਂ, ਸਾਫ਼ ਕਰਦੇ ਹਾਂ ਤੇ ਅਲੱਗ-ਅਲੱਗ ਪ੍ਰੋਡਕਟ ਉੱਥੋਂ ਕੱਢ ਕੇ ਅਲੱਗ-ਅਲੱਗ ਵੇਚਦੇ ਹਾਂ ਉਹਨੂੰ, ਠੀਕ ਹੈ, ਉਹ ਆਇਲ ਰਿਫਾਈਨਰੀ ਹੋ ਗਈ। ਕੁਝ ਫੈਕਟ ਹੈਗੇ ਆ ਬਈ ਜਿਹੜੇ ਸੁਪਰ ਇੰਪੋਰਟੈਂਟ ਹੈ, ਜਿਹੜੇ ਪਹਿਲਾਂ ਐਗਜ਼ਾਮਸ ਦੇ ਵਿੱਚ ਪੁੱਛੇ ਗਏ ਆ, ਇਹ ਤੁਸੀਂ ਜ਼ਰੂਰ ਯਾਦ ਕਰ ਰਹੇ ਆ, ਇਹਦਾ ਸਕਰੀਨਸ਼ਾਟ ਲੈ ਲਓ। ਡਾਇਰੈਕਟ ਪੇਪਰਾਂ ਦੇ ਵਿੱਚ ਕੁਐਸਚਨ ਨੂੰ ਦੇਖਣ ਨੂੰ ਮਿਲਦੇ ਆ ਤੇ ਮਿਲਣਗੇ ਵੀ ਅੱਗੇ, ਠੀਕ ਹੈ। ਡਿਗਬੋਈ ਅਸਾਮ, ਇਹ ਆਇਲ ਰਿਫਾਈਨਰੀ ਹੈ, ਡਿਗਬੋਈ ਦੀ ਆਇਲ ਰਿਫਾਈਨਰੀ। ਤੇ ਡਿਗਬੋਈ ਉਹੀ ਸਥਾਨ ਹੈ ਬਈ ਜਿੱਥੇ ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਤੇਲ ਮਿਲਿਆ ਸੀ, ਠੀਕ ਹੈ। ਤਾਂ ਡਿਗਬੋਈ ਉੱਥੇ ਹੀ ਆਇਲ ਰਿਫਾਈਨਰੀ ਲਗਾਈ ਹੋਈ ਹੈ ਆਪਾਂ ਨੇ, ਅਸਾਮ ਦੇ ਵਿੱਚ ਹੈ। ਇਹ ਇੰਡੀਆ ਦੀ ਪਹਿਲੀ ਆਇਲ ਰਿਫਾਈਨਰੀ ਹੈ। ਇਹ ਕੁਐਸਚਨ ਡਾਇਰੈਕਟ ਪੇਪਰ ਦੇ ਵਿੱਚ ਆਉਂਦਾ ਹੈ, ਇੰਡੀਆ ਦੀ ਪਹਿਲੀ ਆਇਲ ਰਿਫਾਈਨਰੀ ਕਿਹੜੀ ਸੀ? ਡਿਗਬੋਈ, ਅਸਾਮ, ਠੀਕ। ਉਸ ਤੋਂ ਬਾਅਦ ਜਾਮਨਗਰ ਆਇਲ ਰਿਫਾਈਨਰੀ ਹੈ ਗੁਜਰਾਤ ਦੇ ਵਿੱਚ, ਠੀਕ ਹੈ ਨਾ। ਗੁਜਰਾਤ ਦੇ ਵਿੱਚ ਕਿਹੜੀ ਆਇਲ ਰਿਫਾਈਨਰੀ ਹੈ? ਜਾਮਨਗਰ। ਇਹ ਇੰਡੀਆ ਦੀ ਸਭ ਤੋਂ ਵੱਡੀ ਐਟ ਪ੍ਰੈਜ਼ੈਂਟ ਜੇ ਗੱਲ ਕਰੀਏ 2022 ਦੇ ਵਿੱਚ, ਠੀਕ ਹੈ, ਲਾਰਜੈਸਟ ਆਇਲ ਰਿਫਾਈਨਰੀ ਹੈ ਇੰਡੀਆ ਦੀ ਐਟ ਪ੍ਰੈਜ਼ੈਂਟ ਜਿਹੜੀ ਚੱਲ ਰਹੀ ਹੈ, ਠੀਕ ਹੈ। ਹਾਲਾਂਕਿ ਕੁਝ ਅੰਡਰ ਕੰਸਟਰਕਸ਼ਨ ਵੀ ਹੈਗੀ ਆ, ਅੰਡਰ ਕੰਸਟਰਕਸ਼ਨ, ਉਹ ਹਾਲੇ ਬਣ ਕੇ ਤਿਆਰ ਨਹੀਂ ਹੋਈ। ਐਟ ਪ੍ਰੈਜ਼ੈਂਟ ਲਾਰਜੈਸਟ ਆਇਲ ਰਿਫਾਈਨਰੀ ਕਿਹੜੀ ਹੈ ਇੰਡੀਆ ਦੀ? ਜਾਮਨਗਰ ਹੈ। ਰਿਲਾਇੰਸ ਵਾਲਿਆਂ ਦੀ ਹੈ, ਪ੍ਰਾਈਵੇਟ ਹੈ, ਇਹ ਵੀ ਯਾਦ ਰੱਖਣਾ ਹੈ। ਰਿਲਾਇੰਸ ਇੰਡੀਆ ਲਿਮਿਟਡ ਇਹਨਾਂ ਦੀ ਹੈ, ਪ੍ਰਾਈਵੇਟ ਹੈ, ਇਹ ਵੀ ਯਾਦ ਰੱਖ ਲਿਓ, ਠੀਕ ਹੈ। ਦੂਜੀ ਗੱਲ, ਇੰਡੀਆ ਦੇਸ਼ ਆਪਣਾ ਇੰਡੀਆ ਤੇ ਇੱਕ ਕੰਟਰੀ ਹੋਰ ਹੈ ਓਮਾਨ, ਇੰਡੀਆ ਤੇ ਓਮਾਨ, ਇਹ ਦੋਨੇ ਮਿਲ ਕੇ ਇੱਕ ਆਇਲ ਰਿਫਾਈਨਰੀ ਬਣਾ ਰਹੇ ਆ ਵੀ ਜਿਹਦਾ ਨਾਮ ਹੈ ਬੀਨਾ ਆਇਲ ਰਿਫਾਈਨਰੀ। ਇਹ ਮੱਧ ਪ੍ਰਦੇਸ਼ ਦੇ ਵਿੱਚ ਹੈ, ਇਹ ਯਾਦ ਰੱਖਣਾ ਹੈ। ਡਾਇਰੈਕਟ ਕੁਐਸਚਨ ਇਹਦੇ ਤੇ ਦੇਖਿਆ ਗਿਆ ਪਹਿਲਾਂ ਪੇਪਰਾਂ ਦੇ ਵਿੱਚ। ਕੁਐਸਚਨ ਕੀ ਹੁੰਦਾ ਹੈ? ਭਾਰਤ ਤੇ ਓਮਾਨ ਦੇਸ਼ ਮਿਲ ਕੇ ਕਿਹੜੀ ਆਇਲ ਰਿਫਾਈਨਰੀ ਬਣਾ ਰਹੇ ਹਨ? ਤਾਂ ਆਨਸਰ ਕੀ ਹੋਊਗਾ? ਬੀਨਾ ਆਇਲ ਰਿਫਾਈਨਰੀ। ਤੇ ਕੁਐਸਚਨ ਨੂੰ ਇਦਾਂ ਪੁੱਛਣਗੇ ਕਿ ਇੰਡੀਆ ਬੀਨਾ ਆਇਲ ਰਿਫਾਈਨਰੀ ਕਿਹੜੇ ਦੇਸ਼ ਨਾਲ ਮਿਲ ਕੇ ਬਣਾ ਰਿਹਾ ਹੈ, ਠੀਕ ਹੈ। ਤਾਂ ਆਨਸਰ ਕੀ ਹੋਊਗਾ? ਓਮਾਨ। ਯਾਦ ਰੱਖਣਾ ਹੈ, ਓਮਾਨ ਦੀ ਰਾਜਧਾਨੀ ਕੀ ਹੈ? ਮਸਕਟ, ਠੀਕ ਹੈ। ਫਿਰ ਇੱਕ ਆਇਲ ਰਿਫਾਈਨਰੀ ਹੋਰ ਬਣਨ ਲੱਗ ਰਹੀ ਹੈ ਵੀ ਇੰਡੀਆ ਦੇ ਵਿੱਚ, ਇਹ ਜਦੋਂ ਬਣ ਕੇ ਤਿਆਰ ਹੋਊਗੀ ਇਹ ਇੰਡੀਆ ਦੀ ਸਭ ਤੋਂ ਵੱਡੀ ਆਇਲ ਰਿਫਾਈਨਰੀ ਹੋਊਗੀ। ਰਤਨਾਗਿਰੀ ਆਇਲ ਰਿਫਾਈਨਰੀ ਮਹਾਰਾਸ਼ਟਰ ਦੇ ਵਿੱਚ ਬਣੂਗੀ ਇਹ, ਰਤਨਾਗਿਰੀ ਆਇਲ ਰਿਫਾਈਨਰੀ। ਇਹਨੂੰ ਇੰਡੀਆ, ਠੀਕ ਹੈ, ਇੰਡੀਆ ਤੋਂ ਇਲਾਵਾ ਸਾਊਦੀ ਅਰਬ ਪਲੱਸ ਯੂਨਾਈਟਿਡ ਅਰਬ ਐਮੀਰੇਟਸ UAE ਕੰਟਰੀ, ਇਹ ਤਿੰਨ ਕੰਟਰੀਆਂ ਮਿਲ ਕੇ ਬਣਾਉਣ ਲੱਗ ਰਹੀਆਂ, ਠੀਕ ਹੈ। ਇੰਡੀਆ, ਸਾਊਦੀ ਅਰਬ, ਯੂਨਾਈਟਿਡ ਅਰਬ ਐਮੀਰੇਟਸ UAE ਜਿਹਦੀ ਰਾਜਧਾਨੀ ਅਬੂ ਧਾਬੀ ਹੈਗੀ ਆ। ਇੱਥੇ ਦੁਬਈ ਨਾਂ ਦਾ ਸ਼ਹਿਰ ਵੀ ਮਿਲੂਗਾ ਤੁਹਾਨੂੰ, ਜ਼ਿਆਦਾਤਰ ਬੱਚੇ ਦੁਬਈ ਦੇ ਨਾਂ ਤੋਂ ਜਾਣਦੇ ਆ। ਉਹ ਦੁਬਈ ਜਿਹੜੇ ਦੇਸ਼ ਦੇ ਵਿੱਚ ਮਿਲਦਾ ਨਾ ਉਹੀ ਦੇਸ਼ ਹੈ ਯੂਨਾਈਟਿਡ ਅਰਬ ਐਮੀਰੇਟਸ, ਠੀਕ ਹੈ। ਇੱਥੇ ਸਾਊਦੀ ਅਰਬ ਤੇ ਇੰਡੀਆ, ਇਹ ਤਿੰਨੇ ਮਿਲ ਕੇ ਇੰਡੀਆ ਦੇ ਮਹਾਰਾਸ਼ਟਰ ਦੇ ਵਿੱਚ ਇੱਕ ਜਗ੍ਹਾ ਹੈ ਰਤਨਾਗਿਰੀ, ਉੱਥੇ ਆਇਲ ਰਿਫਾਈਨਰੀ ਲਗਾਉਣ ਲੱਗ ਰਹੇ ਆ। ਤਾਂ ਇਹ ਕੁਐਸਚਨ ਹੈ ਜਿਹੜੇ ਭਾਰਤ ਦੇ ਹਰ ਇੱਕ ਪੇਪਰ ਦੇ ਵਿੱਚ ਪੁੱਛੇ ਗਏ ਕੁਐਸਚਨ ਹੈ। CGL ਲੈ ਲਓ, CPO, ਹਰ ਪੇਪਰ ਦੇ ਵਿੱਚ ਇਹ ਕੁਐਸਚਨ ਆਏ ਹੋਏ ਆ ਬਾਈ, ਸੁਪਰ ਇੰਪੋਰਟੈਂਟ ਹੈ, ਯਾਦ ਰੱਖਣੇ ਆ, ਸਕਰੀਨਸ਼ਾਟ ਲੈ ਸਕਦੇ ਹੋ ਤੁਸੀਂ, ਠੀਕ ਹੈ। ਉਸ ਤੋਂ ਬਾਅਦ ਹੁਣ ਆਪਾਂ ਡਿਸਕਸ ਕਰਦੇ ਹਾਂ ਬਾਈ ਆਇਲ ਰਿਫਾਈਨਰੀ, ਠੀਕ ਹੈ। ਇੰਡੀਆ ਦੇ ਵਿੱਚ 23-24 ਆਇਲ ਰਿਫਾਈਨਰੀਜ਼ ਹੈਗੀਆਂ ਐਟ ਪ੍ਰੈਜ਼ੈਂਟ, ਸਾਰਿਆਂ ਨੂੰ ਆਪਾਂ ਨੇ ਯਾਦ ਰੱਖਣਾ। ਉਹਨਾਂ ਦੇ ਉੱਤੇ ਡਾਇਰੈਕਟ ਜਿਹੜਾ ਸਭ ਤੋਂ ਸਿੰਪਲ ਕੁਐਸਚਨ ਬਣਦਾ ਨਾ ਉਹ ਇਦਾਂ ਬਣਦਾ ਹੈ, ਗੁਹਾਟੀ ਆਇਲ ਰਿਫਾਈਨਰੀ ਕਿੱਥੇ ਹੈ? ਅਸਾਮ। ਬੋਂਗਈਗਾਂव ਆਇਲ ਰਿਫਾਈਨਰੀ ਕਿੱਥੇ ਹੈ? ਅਸਾਮ, ਠੀਕ ਹੈ। ਨੁਮਾਲੀਗੜ੍ਹ ਕਿੱਥੇ ਹੈ? ਅਸਾਮ। ਵੈਸੇ ਤਾਂ ਇਹ ਇੰਨੇ ਜ਼ਿਆਦਾ ਹੈ ਨਹੀਂ ਕਿ ਤੁਹਾਨੂੰ ਯਾਦ ਕਰਨ 'ਚ ਬਹੁਤ ਜ਼ਿਆਦਾ ਦਿੱਕਤ ਹੋਊਗੀ, ਹਰ ਇੱਕ ਸਟੇਟ ਦੇ ਵਿੱਚ ਇੱਕ ਇੱਕ ਦੋ ਦੋ ਹੈਗੀ ਆ, ਬਟ ਫਿਰ ਵੀ ਆਪਾਂ ਚਲੋ ਬਾਈ ਟ੍ਰਿਕ ਕੋਸ਼ਿਸ਼ ਕਰਾਂਗੇ ਕਿ ਇਹਨੂੰ ਤੁਹਾਨੂੰ ਯਾਦ ਕਰਾਵਾਂ, ਠੀਕ ਹੈ। ਤਾਂ ਹੁਣ ਆਪਾਂ ਆਇਲ ਰਿਫਾਈਨਰੀਆਂ ਪੜ੍ਹਦੇ ਹਾਂ ਬਈ, ਇਹਦਾ ਟੇਬਲ ਅਲੱਗ ਬਣਾ ਲਿਓ ਜਿੰਨੀ ਕੁ ਵੀ ਆਇਲ ਰਿਫਾਈਨਰੀਆਂ ਹੈਗੀਆਂ। ਤੇ ਹਾਂ ਇੱਕ ਗੱਲ ਹੋਰ ਹੈ ਬਈ, ਆਇਲ ਰਿਫਾਈਨਰੀ ਪੜ੍ਹਨ ਤੋਂ ਪਹਿਲਾਂ ਇਸ ਸੈਕਟਰ ਦੇ ਵਿੱਚ ਨਾ, ਆਇਲ ਵਾਲੇ ਸੈਕਟਰ ਦੇ ਵਿੱਚ ਕੁਝ ਕੰਪਨੀਆਂ ਇਨਵੋਲਵ ਹੁੰਦੀਆਂ, ਉਹਨਾਂ ਨੂੰ ਆਪਾਂ ਕੈਟਾਗਰੀ ਦੇ ਹਿਸਾਬ ਨਾਲ ਮਤਲਬ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਰੱਖ ਸਕਦੇ ਹਾਂ। ਦੇਖੋ ਕੁਝ ਅਜਿਹੀ ਕੰਪਨੀਆਂ ਹੋਣਗੀ ਜਿਹੜੀ ਕੀ ਕਰਦੀਆਂ, ਤੇਲ ਲੱਭਦੀਆਂ ਹਨ ਧਰਤੀ ਦੇ ਉੱਤੇ, ਉਹ ਸਰਵੇ ਕਰਦੀ ਰਹਿੰਦੀ ਹੈ ਕਿ ਕਿੱਥੇ ਤੇਲ ਹੋ ਸਕਦਾ, ਕਿੱਥੇ ਨਹੀਂ ਹੋ ਸਕਦਾ, ਐਦਾਂ ਕਰਦੀਆਂ, ਠੀਕ ਹੈ। ਉਹਨਾਂ ਕੰਪਨੀਆਂ ਨੂੰ ਆਪਾਂ ਬੋਲਦੇ ਹਾਂ ਬਈ ਅਪਸਟ੍ਰੀਮ ਕੰਪਨੀਆਂ। ਹਾਲਾਂਕਿ ਜੇ ਤੁਸੀਂ ਸਿਰਫ ਕਨਸਟੇਬਲ ਤੁਹਾਡਾ ਫੋਕਸ ਹੈ ਜਾਂ +2 ਬੇਸ ਤੇ ਐਗਜ਼ਾਮ ਤੁਹਾਡਾ ਫੋਕਸ ਹੈ, ਫਿਰ ਭਾਵੇਂ ਤੁਸੀਂ ਨਾ ਯਾਦ ਕਰਿਓ, ਬਟ ਜੇ ਤੁਸੀਂ ਗ੍ਰੈਜੂਏਸ਼ਨ ਲੈਵਲ ਦੇ ਕੋਈ ਪੇਪਰ ਭਰ ਰਹੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਅਪਸਟ੍ਰੀਮ ਇੰਡਸਟਰੀਜ਼, ਅਪਸਟ੍ਰੀਮ ਕੰਪਨੀਆਂ ਕਿਹੜੀ ਹੁੰਦੀਆਂ? ਜਿਹੜੀ ਕੀ ਕਰ ਰਹੀਆਂ? ਆਇਲ ਲੱਭ ਰਹੀਆਂ, ਠੀਕ ਹੈ ਨਾ। ਆਇਲ ਲੱਭਦੀਆਂ, ਐਕਸਪਲੋਰ ਕਰਦੀਆਂ ਤੇ ਉਹਨੂੰ ਕੱਢਦੀਆਂ, ਉਹ ਅਪਸਟ੍ਰੀਮ ਹੋ ਗਈ। ਉਸ ਤੋਂ ਬਾਅਦ ਇੱਕ ਮਿਡ ਸਟ੍ਰੀਮ ਕੰਪਨੀਆਂ ਹੁੰਦੀਆਂ, ਮਿਡ ਸਟ੍ਰੀਮ ਉਹ ਵਾਲੀ ਕੰਪਨੀ ਹੁੰਦੀ ਹੈ ਜਿਹੜੀ ਕਿ ਜਿੱਥੋਂ ਤੇਲ ਮਿਲਿਆ ਹੈ ਨਾ ਉੱਥੇ ਆਪਣਾ ਮਤਲਬ ਪਲਾਂਟ ਵਗੈਰਾ ਲਗਾ ਕੇ, ਪਲਾਂਟ ਤਾਂ ਖੈਰ ਅਪਸਟ੍ਰੀਮ ਲਗਾਉਂਦੀ ਹੈ,
ਇਹ ਉੱਥੋਂ ਕੀ ਕਰਦੀ ਹੈ, ਤੇਲ ਨੂੰ ਟਰਾਂਸਪੋਰਟ ਕਰਦੀਆਂ ਤੇ ਸਟੋਰ ਕਰਦੀਆਂ। ਮਤਲਬ ਕਰੂਡ ਆਇਲ ਉੱਥੋਂ ਇਹ ਕੀ ਕਰਨਗੇ, ਲੈਣਗੇ, ਉਹਨੂੰ ਟਰਾਂਸਪੋਰਟ ਕਰਕੇ ਕਿਸੇ ਹੋਰ ਸ਼ਹਿਰ ਦੇ ਵਿੱਚ ਪਹੁੰਚਾਉਣਗੇ ਜਾਂ ਆਇਲ ਰਿਫਾਈਨਰੀ ਤੱਕ ਪਹੁੰਚਾਉਣਗੇ ਜਾਂ ਉਹਨੂੰ ਸਟੋਰ ਕਰਕੇ ਰੱਖਣਗੇ। ਜਿਵੇਂ ਸਸਤਾ ਹੈ ਨਾ, ਜਿੱਥੋਂ ਕਰੂਡ ਆਇਲ ਮਿਲ ਰਿਹਾ ਉਹ ਸਸਤਾ ਹੈ, ਉੱਥੋਂ ਇਹ ਲੈਣਗੇ, ਅੱਗੇ ਆਇਲ ਰਿਫਾਈਨਰੀਜ਼ ਵਾਲੀ ਕੰਪਨੀ ਨੂੰ ਟਰਾਂਸਪੋਰਟ ਕਰਨਗੇ, ਵੇਚਣਗੇ, ਸਟੋਰ ਕਰਨਗੇ। ਉਹ ਸਾਰੇ ਕੰਮ ਮਤਲਬ ਵਿੱਚ ਵਾਲਾ ਕੰਮ ਜਿਹੜੇ ਕਰਦੇ ਆ ਮਿਡ ਦਾ ਮਤਲਬ ਕੀ ਹੁੰਦਾ, ਵਿੱਚ ਵਾਲਾ ਹੈ ਨਾ। ਤਾਂ ਵਿੱਚ ਵਾਲਾ ਕੰਮ ਇਹ ਕਰਦੀਆਂ। ਤੀਜੀ ਹੁੰਦੀ ਆ ਬਈ ਡਾਊਨ ਸਟ੍ਰੀਮ ਕੰਪਨੀਆਂ। ਡਾਊਨ ਸਟ੍ਰੀਮ ਉਹੀ ਹੈ ਬਈ ਜਿਹੜੀ ਕਿ ਆਇਲ ਰਿਫਾਈਨਰੀ ਵਰਤਦੀ ਹੈ। ਇਹ ਕੱਚਾ ਤੇਲ ਲੈਂਦੇ ਆ, ਕਰੂਡ ਆਇਲ ਕੱਚਾ ਤੇਲ ਲੈਣਗੇ, ਉਹਨੂੰ ਸਾਫ਼ ਕਰਨਗੇ, ਫਿਰ ਪੈਟਰੋਲ ਨੂੰ ਪੈਟਰੋਲ ਪੰਪ ਤੱਕ ਪਹੁੰਚਾਉਣਗੇ, ਡੀਜ਼ਲ ਨੂੰ ਡੀਜ਼ਲ ਮਤਲਬ ਪੈਟਰੋਲ ਪੰਪ ਤੱਕ ਹੀ ਪਹੁੰਚਾਉਣਗੇ। ਪੈਟਰੋਲ ਡੀਜ਼ਲ ਇੱਕ ਹੀ ਜਗ੍ਹਾ ਮਿਲਦਾ ਹੈ ਤੇ ਇਦਾਂ ਕਰਕੇ ਮਤਲਬ ਅਲੱਗ ਪ੍ਰੋਡਕਟ ਜਿਹੜਾ ਉਹਨੂੰ ਅਲੱਗ-ਅਲੱਗ ਕਰਕੇ ਅਲੱਗ-ਅਲੱਗ ਉਹ ਵੇਚਣਗੇ। ਠੀਕ ਹੈ, ਤਾਂ ਉਹ ਹੁੰਦੀ ਹੈ ਡਾਊਨ ਸਟ੍ਰੀਮ ਕੰਪਨੀਜ਼। ਆ ਤਿੰਨ ਤਰ੍ਹਾਂ ਦੀ ਕੰਪਨੀ ਹੁੰਦੀ ਹੈ ਵੀ ਅਪ ਸਟ੍ਰੀਮ, ਮਿਡ ਸਟ੍ਰੀਮ ਤੇ ਡਾਊਨ ਸਟ੍ਰੀਮ। ਇਹ ਯਾਦ ਰੱਖ ਲਿਓ ਜੇ ਤੁਸੀਂ ਰੱਖਣਾ ਹੈ ਅਲੱਗ ਤੋਂ। ਠੀਕ ਹੈ, ਤੇ ਅੱਜ ਕੱਲ ਕੀ ਹੈ, ਅੱਜ ਕੱਲ ਇਹ ਤਿੰਨੋਂ ਕੰਮ ਇੱਕ ਹੀ ਕੰਪਨੀ ਕਰਦੀਆਂ ਹੈ ਨਾ। ਜਿਵੇਂ ਰਿਲਾਇੰਸ ਵਾਲੇ ਆ, ਰਿਲਾਇੰਸ ਵਾਲੇ ਕੀ ਕਰ ਰਹੇ ਆ, ਉਹ ਅਪ ਸਟ੍ਰੀਮ ਵੀ ਉਹਨਾਂ ਦੀ ਯੂਨਿਟ ਹੈਗੀ ਹੈ, ਮਿਡ ਸਟ੍ਰੀਮ ਵੀ ਹੈਗੀ ਹੈ, ਡਾਊਨ ਸਟ੍ਰੀਮ ਵੀ। ਕਿਉਂਕਿ ਫਿਰ ਜੇ ਤਿੰਨੋਂ ਕੰਮ ਇਕੱਠੇ ਕਰਨਗੇ ਨਾ ਤਾਂ ਜਿਹੜਾ ਪ੍ਰੋਫਿਟ ਹੈ, ਬੈਨੀਫਿਟ ਹੈ, ਉਹ ਵੱਧ ਜਾਊਗਾ। ਨਹੀਂ ਤਾਂ ਫਿਰ ਕਿਸੇ ਹੋਰ ਕੰਪਨੀ ਨੂੰ ਇਹਨਾਂ ਦਾ ਪ੍ਰੋਫਿਟ ਸ਼ੇਅਰ ਕਰਨਾ ਪੈਣਾ ਇਹਨਾਂ ਨਾਲ, ਹੈ ਨਾ। ਤਾਂ ਇਹ ਸਾਰਾ ਸਿਸਟਮ ਹੈ। ਤਾਂ ਆਪਣੀ ਇੰਡੀਆ ਦੀ ਇੱਥੇ ਦੇਖੋ ਇਸ ਫੀਲਡ ਦੇ ਵਿੱਚ ਨਾ ਇੰਡੀਆ ਦੀ ਸਰਕਾਰੀ ਕੰਪਨੀਆਂ ਵੀ ਲੱਗੀ ਹੋਈਆਂ ਨੇ ਤੇ ਪ੍ਰਾਈਵੇਟ ਵੀ ਹੈ। ਜੇ ਆਪਾਂ ਪ੍ਰਾਈਵੇਟ ਦੀ ਗੱਲ ਕਰੀਏ, ਰਿਲਾਇੰਸ ਹੋ ਗਈ। ਜੇ ਆਪਾਂ ਸਰਕਾਰੀਆਂ ਦੀ ਗੱਲ ਕਰੀਏ ਤਾਂ ਇਹ ਨਾ ਤੁਸੀਂ ਸੁਣੇ ਹੋਣੇ, ਇੰਡੀਅਨ ਆਇਲ ਹੈ ਨਾ, ਸੌਰੀ ਇੰਡੀਅਨ ਆਇਲ ਸੁਣਿਆ ਹੋਣਾ ਤੁਸੀਂ। ਇਸ ਤੋਂ ਇਲਾਵਾ ਭਾਰਤ ਪੈਟਰੋਲੀਅਮ ਸੁਣਿਆ ਹੋਣਾ, ONGC ਆਇਲ ਐਂਡ ਨੈਚੁਰਲ ਗੈਸ ਇਹ ਸੁਣੇ ਹੋਣੇ ਤੁਸੀਂ, ਹੈ ਨਾ। ਹਿੰਦੁਸਤਾਨ ਪੈਟਰੋਲੀਅਮ, ਤੇ ਭਾਰਤ ਪੈਟਰੋਲੀਅਮ ਅਲੱਗ ਹੈ, ਹਿੰਦੁਸਤਾਨ ਪੈਟਰੋਲੀਅਮ। ਇਹਨਾਂ ਦੇ ਪੈਟਰੋਲ ਪੰਪ ਵੀ ਹੈਗੇ ਆ ਨਾ। ਇੰਡੀਅਨ ਆਇਲ ਦਾ ਪੈਟਰੋਲ ਪੰਪ ਅਲੱਗ ਹੁੰਦਾ ਹੈ, ਭਾਰਤ ਪੈਟਰੋਲੀਅਮ ਦਾ ਪੈਟਰੋਲ ਪੰਪ ਅਲੱਗ ਹੈ, ONGC ਅਲੱਗ ਕੰਪਨੀ ਹੈ ਤੇ ਹਿੰਦੁਸਤਾਨ ਪੈਟਰੋਲੀਅਮ ਦਾ ਅਲੱਗ ਹੈ। ਇਸ ਤੋਂ ਇਲਾਵਾ ਤੁਹਾਨੂੰ ਰਿਲਾਇੰਸ ਦੇ ਪੈਟਰੋਲ ਪੰਪ ਵੀ ਮਿਲਣਗੇ। ਹੁਣ ਰਿਲਾਇੰਸ ਵਾਲੇ ਸਾਰਾ ਕੰਮ ਆਪ ਹੀ ਕਰਨ ਲੱਗੇ। ਠੀਕ ਹੈ, ਤੇ ਇਸ ਤੋਂ ਇਲਾਵਾ ਐਸਰ ਦੇ ਵੀ ਮਿਲਣਗੇ, ਇਹ ਵੀ ਇੱਕ ਅਲੱਗ ਕੰਪਨੀ ਹੈ। ਤਾਂ ਇਦਾਂ ਕਰਕੇ ਕੁਝ ਪ੍ਰਾਈਵੇਟ ਕੰਪਨੀਆਂ ਵੀ ਹੈਗੀਆਂ ਤੇ ਕੁਝ ਸਰਕਾਰੀ ਕੰਪਨੀਆਂ ਵੀ ਇਹਦੇ ਵਿੱਚ ਇਨਵੋਲਵ ਹੈ ਸੈਕਟਰ ਦੇ ਵਿੱਚ। ਠੀਕ ਹੈ, ਹੁਣ ਆ ਜਾਓ ਜਿਹੜੀ ਆਪਾਂ ਨੇ ਬਾਈ ਟ੍ਰਿਕ ਕਰਨੀ ਹੈ। ਤਾਂ ਇਹ ਮੈਂ ਤੁਹਾਨੂੰ ਵੈਸੇ ਪਹਿਲਾਂ ਦੱਸ ਚੁੱਕਿਆ, ਡਿਗਬੋਈ ਹੈ ਜਿਹੜੀ ਇੰਡੀਆ ਦੀ ਪਹਿਲੀ ਆਇਲ ਰਿਫਾਈਨਰੀ ਸੀਗੀ, ਫਸਟ ਆਇਲ ਰਿਫਾਈਨਰੀ। ਠੀਕ ਹੈ, ਇਹ ਜ਼ਿਆਦਾਤਰ ਜਿਹੜੀ ਆਇਲ ਰਿਫਾਈਨਰੀ ਆ, ਸਾਰੀ ਦੀ ਸਾਰੀ ਆਇਲ ਰਿਫਾਈਨਰੀਆਂ ਜਿਹੜੇ ਸ਼ਹਿਰ ਦੇ ਵਿੱਚ ਲੱਗੀ ਹੁੰਦੀ ਹੈ ਨਾ, ਉਸ ਜਗ੍ਹਾ ਦੇ ਨਾਮ ਤੇ ਹੀ ਇਹਨਾਂ ਦਾ ਨਾਮ ਹੁੰਦਾ ਹੈ। ਜਿਵੇਂ ਆਪਣੇ ਪੰਜਾਬ ਦੇ ਵਿੱਚ ਬਠਿੰਡਾ ਹੈ ਨਾ, ਬਠਿੰਡਾ ਆਇਲ ਰਿਫਾਈਨਰੀ। ਹੁਣ ਤੁਹਾਨੂੰ ਤਾਂ ਪਤਾ ਹੈ ਬਠਿੰਡਾ ਸ਼ਹਿਰ ਹੈ ਜਿਹੜਾ ਪੰਜਾਬ ਦੇ ਵਿੱਚ ਹੈ। ਜੇ ਤੁਹਾਨੂੰ ਕੋਈ ਪੁੱਛੇ ਦੱਸ ਬਈ ਬਠਿੰਡਾ ਆਇਲ ਰਿਫਾਈਨਰੀ ਕਿੱਥੇ ਆ, ਤੂੰ ਕਹੇਂਗਾ ਯਾਰ ਇਸ ਤੋਂ ਤਾਂ ਸੌਖਾ ਕੁਐਸਚਨ ਕੋਈ ਹੈ ਹੀ ਨਹੀਂ, ਬਠਿੰਡਾ ਆਇਲ ਰਿਫਾਈਨਰੀ ਪੰਜਾਬ ਦੇ ਵਿੱਚ ਹੈ। ਬਟ ਆਪਾਂ ਪੰਜਾਬ ਦੇ ਰਹਿਣ ਵਾਲੇ ਆ, ਇਸ ਕਰਕੇ ਸਾਨੂੰ ਇਹ ਸੌਖਾ ਲੱਗਦਾ ਕੁਐਸਚਨ। ਇਹੀ ਕੁਐਸਚਨ ਜੇ ਤੁਸੀਂ ਤਾਮਿਲਨਾਡੂ ਵਾਲੇ ਨੂੰ ਪੁੱਛੋਗੇ ਤਾਂ ਉਹਨੂੰ ਔਖਾ ਲੱਗੂਗਾ। ਜਿਹੜੇ ਸ਼ਹਿਰਾਂ ਦੇ ਨਾਂ ਆਪਾਂ ਸੁਣੇ ਹੋਏ ਆ, ਹੈ ਨਾ, ਆਪਾਂ ਨੂੰ ਪਤਾ ਹੈ ਕਿ ਇਹ ਸ਼ਹਿਰ ਹੈ। ਜਿਵੇਂ ਤੁਹਾਨੂੰ ਪਤਾ ਹੈ ਪਾਣੀਪਤ ਕਿੱਥੇ ਹੈ, ਹਰਿਆਣੇ ਦੇ ਵਿੱਚ ਹੈ। ਮਥੁਰਾ ਕਿੱਥੇ ਹੈ, ਉੱਤਰ ਪ੍ਰਦੇਸ਼ ਦੇ ਵਿੱਚ ਹੈ। ਤਾਂ ਇਹ ਸਾਨੂੰ ਸੌਖੇ ਲੱਗਣਗੇ। ਜਿਹੜੇ ਨਾਂ ਆਪਾਂ ਨੇ ਨਹੀਂ ਸੁਣੇ ਉਹ ਸਾਨੂੰ ਔਖੇ ਲੱਗਣਗੇ, ਨੋਰਮਲ ਜੀ ਗੱਲ ਹੈ। ਠੀਕ ਹੈ, ਤਾਂ ਕਾਫੀ ਸ਼ਹਿਰ ਹੈ ਜਿਹੜੇ ਤੁਸੀਂ ਪਹਿਲਾਂ ਸੁਣੇ ਹੋਏ ਆ, ਜਿਵੇਂ ਗੁਹਾਟੀ ਹੋ ਗਿਆ। ਗੁਹਾਟੀ ਸਾਰਿਆਂ ਨੂੰ ਹੀ ਪਤਾ ਹੁੰਦਾ ਕਿ ਅਸਾਮ ਦੇ ਵਿੱਚ ਹੈ। ਤਾਂ ਇਦਾਂ ਕਰਕੇ ਹੈ ਬਈ। ਠੀਕ ਹੈ, ਤਾਂ ਬਟ ਫਿਰ ਵੀ ਚਲੋ ਆਪਾਂ ਬਾਈ ਟ੍ਰਿਕ ਇਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ। ਠੀਕ ਹੈ, ਦੇਖੋ ਅਸਾਮ ਦੇ ਵਿੱਚ ਇਹ ਚਾਰ ਹੈ, ਡਿਗਬੋਈ, ਗੁਹਾਟੀ, ਬੋਂਗਈਗਾਂव ਤੇ ਨੂਮਾਲੀਗੜ੍ਹ। ਇਹਨੂੰ ਆਪਾਂ ਕਿੱਦਾਂ ਯਾਦ ਰੱਖ ਸਕਦੇ ਹਾਂ, ਦੇਖੋ ਨੂਮਾਲੀ ਦੇ ਵਿੱਚ ਕੀ ਆ ਗਿਆ, ਮਾਲੀ। ਤਾਂ ਮਾਲੀ ਦਾ ਇੱਕ ਮੁੰਡਾ ਹੁੰਦਾ ਹੈ, ਮੁੰਡਾ ਮਤਲਬ ਬॉय, ਮਾਲੀ ਦਾ ਮੁੰਡਾ ਹੁੰਦਾ ਬॉय। ਸ਼ਾਮ ਦਾ ਟਾਈਮ ਹੁੰਦਾ ਵੀ ਅੰਧੇਰਾ ਹੋ ਰਿਹਾ ਹੋਇਆ। ਠੀਕ ਹੈ ਨਾ, ਅੰਧੇਰਾ ਮਤਲਬ ਹੁੰਦਾ। ਠੀਕ ਹੈ, ਤਾਂ ਮਾਲੀ ਦਾ ਬॉय ਹੈ ਜਿਹੜਾ, ਉਹ ਸ਼ਾਮ ਦੇ ਟਾਈਮ, ਸ਼ਾਮ ਮਤਲਬ ਅਸਾਮ, ਸ਼ਾਮ ਦੇ ਟਾਈਮ ਕੀ ਹੈ, ਉਹਦਾ ਪੈਰ ਆ ਜਿਹੜਾ ਨਾ ਅਮਰੂਦ ਦੇ ਉੱਤੇ ਪੈ ਜਾਂਦਾ। ਅਮਰੂਦ ਨੂੰ ਇੰਗਲਿਸ਼ ਦੇ ਵਿੱਚ ਆਪਾਂ ਕੀ ਕਹਿੰਦੇ ਆ, ਗੁਆਵਾ, ਹੈ ਨਾ। ਤਾਂ ਗੁਹਾਟੀ ਦੇ ਵਿੱਚ ਦੇਖੋ ਗੁਆਵਾ ਵਰਡ ਹੈ ਜਿਹੜਾ ਉਹ ਆ ਗਿਆ। ਠੀਕ ਹੈ, ਤਾਂ ਸ਼ਾਮ ਦੇ ਟਾਈਮ ਉਹਦਾ ਪੈਰ ਆ ਜਿਹੜਾ, ਮਾਲੀ ਦੇ ਮੁੰਡੇ ਦਾ ਪੈਰ, ਮਾਲੀ ਦੇ ਬॉय ਦਾ ਪੈਰ ਹੈ ਜਿਹੜਾ, ਉਹ ਗੁਆਵਾ ਯਾਨੀ ਅਮਰੂਦ ਦੇ ਉੱਤੇ ਆ ਜਾਂਦਾ ਹੈ। ਫਿਰ ਕੀ ਉਹ ਡਿੱਗ ਜਾਂਦਾ ਹੈ, ਡਿੱਗ। ਤਾਂ ਬॉय ਕੀ ਹੋ ਗਿਆ, ਡਿੱਗ ਗਿਆ। ਬॉय ਡਿੱਗ ਗਿਆ। ਕਿਹਦਾ ਬॉय ਸੀਗਾ, ਮਾਲੀ ਦਾ ਬॉय ਸੀਗਾ। ਕਦੋਂ ਡਿੱਗਿਆ, ਸ਼ਾਮ ਨੂੰ ਡਿੱਗਿਆ, ਸ਼ਾਮ ਨੂੰ। ਕਿਉਂ, ਕਿਉਂਕਿ ਗੁਆਵਾ ਦੇ ਉੱਤੇ ਉਹਦਾ ਪੈਰ ਆ ਗਿਆ ਸੀ, ਗੁਆਵਾ। ਠੀਕ ਹੈ ਨਾ, ਤਾਂ ਗੁਆਵਾ ਦੇ ਉੱਤੇ ਉਹਦਾ ਪੈਰ ਆ ਗਿਆ ਸੀ। ਗੁਆਵਾ ਤੋਂ ਗੁਹਾਟੀ ਹੋ ਗਿਆ, ਡਿੱਗ ਗਿਆ ਬॉय, ਡਿੱਗ ਗਿਆ ਬॉय ਤੋਂ ਡਿੱਗ ਬॉय, ਇਹ ਅਸਾਮ ਹੋ ਗਿਆ। ਸ਼ਾਮ ਨੂੰ ਡਿੱਗਿਆ ਸੀ। ਕਿਹਦਾ ਬॉय ਸੀਗਾ, ਉਹ ਮਾਲੀ ਦਾ ਬॉय ਸੀਗਾ। ਮਾਲੀ, ਤਾਂ ਮਾਲੀ ਵੀ ਕਿੱਥੇ ਆ, ਅਸਾਮ ਦੇ ਵਿੱਚ ਹੈ। ਤੇ ਡਿੱਗਣ ਤੋਂ ਬਾਅਦ ਉਹ ਵਿਚਾਰਾ ਕੀ ਹੈ, ਥੋੜਾ ਜਿਹਾ ਬੌਂਦਲ ਗਿਆ। ਥੋੜਾ ਜਿਹਾ ਮਤਲਬ ਬੌਂਦਲ ਗਿਆ। ਡਿੱਗਣ ਤੋਂ ਬਾਅਦ ਥੋੜਾ ਜਿਹਾ ਕੀ ਹੈ, ਬੌਂਦਲ ਗਿਆ। ਤਾਂ ਇਹਨੂੰ ਤੁਸੀਂ ਬੋਂਗਈ ਨੂੰ ਬੌਂਦਲ ਗਈ ਪੜ੍ਹ ਲਓ ਜਾਂ ਬੌਂਦਲ ਗਿਆ ਪੜ੍ਹ ਲਓ। ਠੀਕ ਹੈ, ਬੋਂਗਈ ਨੂੰ ਤੁਸੀਂ ਕੀ ਪੜ੍ਹ ਸਕਦੇ ਹੋ, ਬੌਂਦਲ ਗਿਆ ਜਾਂ ਬੌਂਦਲ ਗਈ। ਠੀਕ ਹੈ, ਤਾਂ ਮਾਲੀ ਦਾ ਜਿਹੜਾ ਬॉय ਸੀਗਾ ਉਹ ਡਿੱਗ ਗਿਆ ਸ਼ਾਮ ਨੂੰ ਗੁਆਵਾ ਕਰਕੇ,
ਤੇ ਫਿਰ ਉਹ ਕੀ ਹੈ ਬੋਂਦਲ ਗਿਆ। ਠੀਕ ਹੈ, ਤਾਂ ਇਹ ਅਸਾਮ ਦੇ ਹੋ ਗਏ। ਬਾਕੀ ਮੈਨੂੰ ਲੱਗਦਾ ਨਹੀਂ ਕਿ ਇਹਨਾਂ ਨੂੰ ਬਾਈ ਟ੍ਰਿਕ ਯਾਦ ਕਰਨ ਦੀ ਲੋੜ ਹੈ, ਕਿਉਂਕਿ ਇੰਨੇ ਜ਼ਿਆਦਾ ਇਹ ਹੈ ਨਹੀਂ। ਇੱਕ ਦੋ ਵਾਰ ਤੁਸੀਂ ਇਹਨੂੰ ਪੜੋਗੇ ਨਾ ਇਦਾਂ ਹੀ ਯਾਦ ਹੋ ਜਾਣਗੇ। ਨੈਕਸਟ ਹੈ ਜੀ ਆਪਣਾ ਆਂਧਰਾ ਪ੍ਰਦੇਸ਼। ਠੀਕ ਹੈ, ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਵਿਸ਼ਾਖਾਪਟਨਮ ਹੈ ਤੇ ਇੱਕ ਹੈ ਤੱਟੀਪਕਾ। ਤੇ ਵਿਸ਼ਾਖਾਪਟਨਮ ਤੁਹਾਨੂੰ ਪਤਾ ਹੈ ਬਹੁਤ ਕਾਮਨ ਨੇਮ ਹੈ, ਸਾਰਿਆਂ ਨੂੰ ਪਤਾ ਹੀ ਹੁੰਦਾ ਹੈ ਵਿਸ਼ਾਖਾਪਟਨਮ, ਕਿਉਂਕਿ ਵਿਸ਼ਾਖਾਪਟਨਮ ਦੇ ਨਾਂ ਤੋਂ ਬੰਦਰਗਾਹ ਵੀ ਹੈਗਾ ਤੇ ਹੋਰ ਵੀ ਮਤਲਬ ਪੋਰਟ ਵੀ, ਮਤਲਬ ਪੋਰਟ ਬੰਦਰਗਾਹ ਸੇਮ ਹੀ ਹੈ ਨਾ। ਵਿਸ਼ਾਖਾਪਟਨਮ ਇੱਕ ਮਤਲਬ ਬਹੁਤ ਜ਼ਿਆਦਾ ਫੇਮਸ ਸ਼ਹਿਰ ਹੈ ਆਂਧਰਾ ਪ੍ਰਦੇਸ਼ ਦਾ। ਤਾਂ ਮੈਨੂੰ ਲੱਗਦਾ ਨਹੀਂ ਕਿ ਤੁਹਾਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਵਿਸ਼ਾਖਾਪਟਨਮ ਆਇਲ ਰਿਫਾਈਨਰੀ ਕਿੱਥੇ ਹੈ। ਠੀਕ ਹੈ, ਆਂਧਰਾ ਪ੍ਰਦੇਸ਼ ਦੇ ਵਿੱਚ ਹੈ। ਬਸ ਆਪਾਂ ਨੇ ਇੱਕ ਇਹੀ ਯਾਦ ਰੱਖਣਾ ਹੈ, ਤੱਟੀਪਕਾ ਕਿੱਥੇ ਹੈ, ਆਂਧਰਾ ਪ੍ਰਦੇਸ਼ ਦੇ ਵਿੱਚ ਹੈ। ਵਿਸ਼ਾਖਾਪਟਨਮ ਤੇ ਤੱਟੀਪਕਾ ਕਿੱਥੇ ਹੈ, ਆਂਧਰਾ ਪ੍ਰਦੇਸ਼ ਦੇ ਵਿੱਚ ਹੈ। ਬਾਕੀ ਮੈਂ ਤੁਹਾਨੂੰ ਇਸ ਤੋਂ ਪਹਿਲਾਂ ਸ਼ਾਇਦ ਇੱਕ ਫੈਸਟੀਵਲ ਵੀ ਕਰਾਏ ਸੀਗੇ, ਉਹਦੇ ਵਿੱਚ ਵੀ ਮੈਂ ਤੁਹਾਨੂੰ ਕਿਹਾ ਸੀ ਕਿ ਵਿਸ਼ਾਖਾ ਜਿਹੜਾ ਫੈਸਟੀਵਲ ਹੈ ਉਹ ਆਂਧਰਾ ਪ੍ਰਦੇਸ਼ ਦੇ ਵਿੱਚ ਮਨਾਇਆ ਜਾਂਦਾ ਹੈ। ਤੇ ਉਸ ਟਾਈਮ ਮੈਂ ਤੁਹਾਨੂੰ ਟ੍ਰਿਕ ਵੀ ਦੱਸੀ ਸੀ ਕਿ ਵਿਸ਼ਾਖਾ ਦੇ ਪਿਆਰ ਦੇ ਵਿੱਚ ਕੀ ਹੋ ਗਿਆ, ਅੰਧਾ ਹੋ ਗਿਆ, ਹਨਾ। ਤਾਂ ਏਦਾਂ ਇਹ ਟ੍ਰਿਕ ਤੁਸੀਂ ਮਤਲਬ ਦੋਨੇ ਟ੍ਰਿਕਾਂ ਦੇਖੋ, ਇੱਕ ਟ੍ਰਿਕ ਨਾਲ ਦੋ ਚੀਜ਼ਾਂ ਇਹ ਆਪਣੀ ਯਾਦ ਹੋ ਗਈਆਂ। ਠੀਕ ਹੈ, ਆਇਲ ਰਿਫਾਈਨਰੀ ਵੀ ਸੇਮ ਹੀ ਹੈ ਤੇ ਫੈਸਟੀਵਲ ਵੀ ਸੇਮ ਹੀ ਹੈ। ਨੈਕਸਟ ਆ ਜਾਓ, ਬਾਕੀ ਇਹ ਦੇਖ ਲਓ ਬਿਹਾਰ ਦੇ ਵਿੱਚ ਇੱਕ ਹੀ ਮਿਲੂਗਾ ਤੁਹਾਨੂੰ, ਬਰੌਨੀ। ਇਹ ਯਾਦ ਰੱਖਣਾ ਹੈ, ਬਰੌਨੀ ਆਇਲ ਰਿਫਾਈਨਰੀ ਕਿੱਥੇ ਹੈ, ਬਿਹਾਰ ਹੈ। ਇਹਨੂੰ ਵੀ ਆਪਾਂ ਵੈਸੇ ਤਾਂ ਇੱਕ ਹੈ, ਚਲੋ ਯਾਦ ਕਰ ਲਿਓ ਤੁਸੀਂ, ਬਟ ਫਿਰ ਵੀ ਜੇ ਤੁਸੀਂ ਬਾਈ ਟ੍ਰਿਕ ਯਾਦ ਕਰਨੀ ਹੈ, ਦੇਖੋ ਬਿਹਾਰ ਆਪਾਂ ਨੇ ਨਾ ਹਿਸਟਰੀ ਦੇ ਵਿੱਚ ਪੜਿਆ ਕਿ ਵਿਕਰਮਸ਼ਿਲਾ ਯੂਨੀਵਰਸਿਟੀ ਕਿੱਥੇ ਹੈ, ਵਿਕਰਮਸ਼ਿਲਾ। ਚਲੋ ਇਸ ਬਾਰੇ ਤੁਹਾਨੂੰ ਯੂਨੀਵਰਸਿਟੀ ਵੀ ਯਾਦ ਹੋ ਜੂਗੀ, ਹੈ ਨਾ। ਵਿਕਰਮਸ਼ਿਲਾ ਯੂਨੀਵਰਸਿਟੀ ਬਿਹਾਰ ਦੇ ਵਿੱਚ ਸੀ। ਇਸ ਤੋਂ ਇਲਾਵਾ ਨਾਲੰਦਾ ਯੂਨੀਵਰਸਿਟੀ। ਤਾਂ ਇਹ ਜਿਹੜੀ ਪੁਰਾਣੀ ਯੂਨੀਵਰਸਿਟੀ ਸੀ ਸਾਰੀ ਦੀ ਸਾਰੀ ਕਿੱਥੇ ਸੀ, ਬਿਹਾਰ ਦੇ ਵਿੱਚ ਸੀ। ਬਿਹਾਰ ਦੇ ਵਿੱਚ ਪਹਿਲਾਂ ਬੜੀ ਯੂਨੀਵਰਸਿਟੀਆਂ ਸੀ, ਕੀ ਸੀ, ਬੜੀ ਯੂਨੀਵਰਸਿਟੀਆਂ। ਤਾਂ ਇਹ ਦੇਖੋ ਬੜੀ ਯੂਨੀਵਰਸਿਟੀਆਂ, ਬੜਾ ਯੂਨੀਵਰਸਿਟੀ, ਯੂਨੀ, ਹੈ ਨਾ। ਤਾਂ ਬੜਾ ਯੂਨੀ ਮਤਲਬ ਬੜੀ ਯੂਨੀਵਰਸਿਟੀਆਂ ਕਿੱਥੇ ਸੀ, ਬਿਹਾਰ ਦੇ ਵਿੱਚ। ਬੜੀ ਯੂਨੀਵਰਸਿਟੀਆਂ ਕਿੱਥੇ ਸੀ ਬਈ, ਬਿਹਾਰ ਦੇ ਵਿੱਚ। ਤਾਂ ਇਦਾਂ ਕਰਕੇ ਯਾਦ ਰੱਖ ਸਕਦੇ ਹੋ। ਬਾਕੀ ਇਹ ਤਾਂ ਜ਼ਰੂਰ ਯਾਦ ਰੱਖਣੇ ਆ, ਵਿਕਰਮਸ਼ਿਲਾ ਵੀ ਬਿਹਾਰ ਦੇ ਵਿੱਚ ਹੈ ਤੇ ਨਾਲੰਦਾ ਵੀ ਬਿਹਾਰ ਦੇ ਵਿੱਚ ਹੈ। ਉਸ ਤੋਂ ਬਾਅਦ ਆ ਜਾਓ ਫਟਾਫਟ, ਗੁਜਰਾਤ ਦੇ ਵਿੱਚ ਇਹ ਤਿੰਨ ਹੈ ਜਿਹੜੀ ਯਾਦ ਰੱਖਣੀ ਹੈ ਆਪਾਂ ਨੇ। ਕੋਇਲੀ ਆਇਲ ਰਿਫਾਈਨਰੀ ਹੈ ਜਿਹੜੀ, ਉਹ ਕਿੱਥੇ ਹੈ, ਉਹ ਗੁਜਰਾਤ ਦੇ ਵਿੱਚ ਹੈ। ਜਾਮਨਗਰ ਮੈਂ ਤੁਹਾਨੂੰ ਦੱਸਿਆ ਇਹ ਰਿਲਾਇੰਸ ਵਾਲਿਆਂ ਦੀ ਹੈ ਬਈ, ਪ੍ਰਾਈਵੇਟ ਹੈ ਤੇ ਇੰਡੀਆ ਦੀ ਐਟ ਪ੍ਰੈਜ਼ੈਂਟ ਸਭ ਤੋਂ ਵੱਡੀ ਆਇਲ ਰਿਫਾਈਨਰੀ ਹੈ ਜਾਮਨਗਰ। ਠੀਕ ਹੈ, ਜਾਮਨਗਰ ਦੇ ਵਿੱਚ ਕਾਫੀ ਸਾਰੀ ਯੂਨਿਟਾਂ ਇਹਨਾਂ ਦੀ, ਜਾਮਨਗਰ 1, ਜਾਮਨਗਰ 2, ਜਾਮਨਗਰ 3। ਉਹ ਮੈਂ ਸਾਰੀ ਐਡ ਨਹੀਂ ਕਰੀ ਕਿਉਂਕਿ ਸਾਰਿਆਂ ਦਾ ਨਾਂ ਤਾਂ ਸੇਮ ਹੀ ਹੈ, ਜਾਮਨਗਰ। ਠੀਕ ਹੈ ਨਾ। ਤਾਂ ਤੁਹਾਨੂੰ ਪੁੱਛਣ ਜਾਮਨਗਰ ਸੈਕਿੰਡ, ਜਾਮਨਗਰ ਪਹਿਲੀ, ਜਾਮਨਗਰ ਥਰਡ, ਸੇਮ ਹੀ ਹੈ। ਠੀਕ ਹੈ, ਤਾਂ ਉਸ ਤੋਂ ਬਾਅਦ ਨਾਇਰਾ, ਇਹ ਵੀ ਪ੍ਰਾਈਵੇਟ ਹੈ, ਇਹ ਯਾਦ ਰੱਖਣਾ, ਇਹ ਵੀ ਪ੍ਰਾਈਵੇਟ ਹੈ। ਤੇ ਇਹ ਕਿਹੜੀ ਕੰਪਨੀ ਦੀ ਹੈ, ਇਹ ਵਾਡੀਨਾਰ ਵਾਲਿਆਂ ਦੀ ਆਇਲ ਰਿਫਾਈਨਰੀ ਹੈ, ਵਾਡੀਨਾਰ। ਠੀਕ ਹੈ, ਯਾਦ ਰੱਖਣਾ, ਵੈਸੇ ਰੱਖ ਸਕਦੇ ਹੋ, ਕੋਈ ਚੱਕਰ ਨਹੀਂ। ਵਾਡੀਨਾਰ ਵਾਲਿਆਂ ਦੀ ਆਇਲ ਰਿਫਾਈਨਰੀ ਹੈ ਨਾਇਰਾ, ਇਹ ਗੁਜਰਾਤ ਦੇ ਵਿੱਚ ਹੈ। ਠੀਕ ਹੈ, ਇਹਨੂੰ ਯਾਦ ਕਰ ਲਿਓ ਬਾਈ। ਬਾਕੀ ਜੇ ਟ੍ਰਿਕ ਵਾਈਜ਼ ਯਾਦ ਕਰਨਾ ਤਾਂ ਦੇਖੋ ਇਹਨੂੰ ਆਪਾਂ ਟ੍ਰਿਕ ਵਾਈਜ਼ ਵੀ ਕਰ ਸਕਦੇ ਹਾਂ, ਇੱਕ ਟ੍ਰਿਕ ਦੇ ਵਿੱਚ ਇਹ ਤਿੰਨੋਂ ਕਵਰ ਹੋ ਜਾਣਗੇ। ਸਭ ਤੋਂ ਪਹਿਲਾਂ ਇਹ ਪੜੋ ਯਾਰ। ਠੀਕ ਹੈ ਨਾ, ਤਾਂ ਯਾਰ ਦੋਸਤ ਹੈ ਬਈ, ਸਾਰੇ ਯਾਰ ਦੋਸਤ ਹੈ ਜਿਹੜੇ ਇਕੱਠੇ ਹੋਏ ਵੀ ਸੀ। ਠੀਕ ਹੈ ਨਾ। ਤੇ ਯਾਰ ਦੋਸਤਾਂ ਨੇ ਕੀ ਪ੍ਰੋਗਰਾਮ ਬਣਾਇਆ ਕਿ ਚਲੋ ਯਾਰ ਆਪਾਂ ਕੀ ਲਗਾਵਾਂਗੇ ਰਾਤ ਨੂੰ, ਅੱਜ ਰਾਤ ਨੂੰ ਆਪਾਂ ਲਗਾਵਾਂਗੇ ਜਾਮ ਮਤਲਬ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੰਜਾਬੀਆਂ ਦਾ ਜਾਮ ਕਿਹੜਾ ਹੁੰਦਾ ਹੈ, ਪੰਜਾਬੀਆਂ ਦਾ ਜਾਮ ਸ਼ਾਮ ਵਾਲਾ ਹੀ ਹੁੰਦਾ ਹੈ ਨਾ। ਤਾਂ ਜਾਮ ਮਤਲਬ ਇਹਨਾਂ ਨੇ ਮੂਡ ਬਣਾਇਆ ਕਿ ਚਲੋ ਅੱਜ ਆਪਾਂ ਸ਼ਾਮ ਨੂੰ ਸਾਰੇ ਯਾਰ ਦੋਸਤ ਮਿਲ ਕੇ ਕੀ ਕਰਾਂਗੇ, ਪਾਰਟੀ ਕਰਾਂਗੇ, ਪੈਗ ਪੁੱਗ ਲਾਵਾਂਗੇ, ਜਾਮ ਲਗਾਵਾਂਗੇ। ਠੀਕ ਹੈ ਨਾ। ਤਾਂ ਜਾਮ ਹੋ ਗਿਆ ਵੀ। ਫਿਰ ਇਹ ਕਹਿ ਰਹੇ ਵੀ ਚਲੋ ਜਾਮ ਤਾਂ ਲਗਾਉਣਾ ਹੈ, ਬੋਤਲ ਕਿਹੜੀ ਲਈ ਜਾਵੇ। ਤਾਂ ਬੋਤਲ ਦੀ ਫਿਰ ਗੱਲ ਹੋਈ ਹੈ ਕਿ ਚਲੋ ਰੋਇਲ ਹੀ ਲੈ ਲਓ, ਪੈਸੇ ਤਾਂ ਹੈ ਨਹੀਂ, ਰੋਇਲ ਹੀ ਲੈ ਲਓ। ਰੋਇਲ ਤੁਹਾਨੂੰ ਪਤਾ ਹੈ ਰੋਇਲ ਸਟੈਗ, ਤਾਂ ਰੋਇਲ ਹੀ ਲੈ ਲਓ। ਤਾਂ ਰੋਇਲ ਤੋਂ ਹੋ ਗਿਆ ਕੋਇਲੀ। ਠੀਕ ਹੈ, ਯਾਰ ਤੋਂ ਹੋ ਗਿਆ ਨਾਇਰ, ਯਾਰਾਂ ਤੋਂ ਹੋ ਗਿਆ ਨਾਇਰਾ, ਤੇ ਜਾਮ ਤੋਂ ਹੋ ਗਿਆ ਜਾਮਨਗਰ। ਤਾਂ ਰਾਤ ਨੂੰ ਇਹ ਪ੍ਰੋਗਰਾਮ ਬਣਾ ਰਹੀ ਸੀ, ਤਾਂ ਰਾਤ ਤੋਂ ਹੋ ਗਿਆ ਗੁਜਰਾਤ। ਠੀਕ ਹੈ, ਬਸ ਇਦਾਂ ਕਰਕੇ ਤੁਸੀਂ ਰਿਲੇਟ ਕਰਕੇ ਯਾਦ ਰੱਖ ਸਕਦੇ ਹੋ। ਠੀਕ ਹੈ, ਮਤਲਬ ਇਦਾਂ ਦੁਬਾਰਾ ਸੁਣ ਲਓ ਟ੍ਰਿਕ ਨੂੰ ਕਿ ਯਾਰ ਦੋਸਤਾਂ ਨੇ ਪ੍ਰੋਗਰਾਮ ਬਣਾਇਆ ਕਿ ਆਪਾਂ ਰਾਤ ਨੂੰ ਕੀ ਕਰਾਂਗੇ ਬਈ, ਜਾਮ ਲਗਾਵਾਂਗੇ। ਉਹ ਕਹਿੰਦੇ ਯਾਰ ਪੈਸੇ ਤਾਂ ਹੈ ਨਹੀਂ ਕਿ ਆਪਾਂ ਕੋਈ ਮਹਿੰਗੀ ਬੋਤਲ ਲੈ ਲਈਏ। ਕਹਿੰਦੇ ਚਲੋ ਇੰਨੇ ਕੁ ਤਾਂ ਪਏ ਆ ਕਿ ਰੋਇਲ ਹੀ ਲੈ ਲਓ। ਰੋਇਲ ਹੀ ਤੋਂ ਹੋ ਗਿਆ ਕੋਇਲੀ। ਠੀਕ ਹੈ ਨਾ, ਰੋਇਲ ਹੀ ਲੈ ਲਓ, ਰੋਇਲ ਹੀ ਲੈ ਲਓ ਮਤਲਬ ਕੋਇਲੀ ਲੈ ਲਓ। ਠੀਕ ਹੈ, ਓਕੇ, ਤਾਂ ਇਹ ਯਾਦ ਕਰ ਲਿਓ ਬਈ। ਨੈਕਸਟ ਆ ਜਾਓ, ਇਹ ਸਾਰੀ ਸਟੇਟਾਂ ਵੀ ਨੇ, ਸਾਰੀ ਸਟੇਟਾਂ ਦੇ ਵਿੱਚ ਇੱਕ ਹੈਗੀ ਹੈ ਆਇਲ ਰਿਫਾਈਨਰੀ। ਹਲਦੀਆ ਆਇਲ ਰਿਫਾਈਨਰੀ, ਹਲਦੀਆ ਬਹੁਤ ਫੇਮਸ ਜਗ੍ਹਾ ਹੈ। ਹਲਦੀਆ ਬੰਦਰਗਾਹ ਵੀ ਹੈਗਾ ਇੱਕ, ਇਹ ਬੰਗਾਲ ਦੇ ਵਿੱਚ ਹੈ। ਹਲਦੀਆ ਆਇਲ ਰਿਫਾਈਨਰੀ ਬੰਗਾਲ ਦੇ ਵਿੱਚ। ਠੀਕ ਹੈ, ਇਹਨੂੰ ਤੁਸੀਂ ਬਾਈ ਟ੍ਰਿਕ ਜੇ ਯਾਦ ਕਰਨਾ ਤਾਂ ਰੱਖ ਸਕਦੇ ਹੋ ਯਾਦ ਕਿ ਹਲਦੀ ਹੈ ਜਿਹੜੀ ਬੰਗਾਲ ਦੀ ਬਹੁਤ ਫੇਮਸ ਹੈ। ਹਲਦੀ ਬੰਗਾਲ ਦੀ ਬਹੁਤ ਫੇਮਸ ਹੈ। ਹਲਦੀ ਕਿੱਥੋਂ ਦੀ ਫੇਮਸ ਹੈ, ਬੰਗਾਲ ਦੀ। ਬਸ ਇਦਾਂ ਯਾਦ ਹੋ ਜਾਊਗਾ। ਮਥੁਰਾ ਸਭ ਨੂੰ ਪਤਾ ਹੈ, ਮਥੁਰਾ ਉੱਤਰ ਪ੍ਰਦੇਸ਼ ਦੇ ਵਿੱਚ ਹੈ। ਮਥੁਰਾ ਦੇ ਪੇੜੇ ਬਹੁਤ ਜ਼ਿਆਦਾ ਫੇਮਸ ਹੈ। ਪਾਣੀਪਤ ਪੜੋਸੀ ਆਪਣਾ ਹਰਿਆਣਾ। ਪ੍ਰਦੀਪ ਕਿੱਥੇ ਹੈ, ਉੜੀਸਾ।
ਇਹਨੂੰ ਜੇ ਤੁਸੀਂ ਯਾਦ ਰੱਖਣਾ, ਪ੍ਰਦੀਪ ਸ਼ਹਿਰ ਹੈਗਾ ਹੈ ਹਨਾ, ਤੇ ਬੰਦਰਗਾਹ ਵੀ ਹੈਗੀ ਹੈ, ਪ੍ਰਦੀਪ ਬੰਦਰਗਾਹ। ਤਾਂ ਇਹਨੂੰ ਆਪਾਂ ਬਾਈ ਟ੍ਰਿਕ ਜੇ ਯਾਦ ਕਰਨਾ ਹੋਵੇ, ਪਰ ਮਤਲਬ ਕੀ ਹੁੰਦੇ ਆ, ਖੰਭ, ਪੰਖ ਹਨਾ, ਵਿੰਗਸ। ਤਾਂ ਪਰ ਹੋਣਗੇ, ਜੇ ਪਰ ਹੋਣਗੇ ਯਾਨੀ ਖੰਭ ਹੋਣਗੇ ਤਾਂ ਹੀ ਤਾਂ ਉੱਡਿਆ ਜਾਊਗਾ ਉੜੀਸਾ, ਹਨਾ। ਜੇ ਖੰਭ ਹੋਣਗੇ ਤਾਂ ਹੀ ਤਾਂ ਉੱਡਿਆ ਜਾਊਗਾ, ਬਸ ਇੰਨਾ ਕੁ ਯਾਦ ਰੱਖੋ ਬਈ। ਨੈਕਸਟ ਆ ਜਾਓ। ਨੈਕਸਟ ਹੈ ਮੁੰਬਈ। ਬਿਲਕੁਲ ਸਿੰਪਲ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੁੰਬਈ ਕਿੱਥੇ ਹੈ, ਮਹਾਰਾਸ਼ਟਰ ਦੇ ਵਿੱਚ ਹੈ। ਇਹਨੂੰ ਕਰੋ ਸਾਈਡ ਦੇ ਵਿੱਚ। ਨੈਕਸਟ ਹੈ ਰਤਨਾਗਿਰੀ। ਰਤਨਾਗਿਰੀ ਮੈਂ ਤੁਹਾਨੂੰ ਦੱਸਿਆ ਵੀ ਇਹ ਆਉਣ ਵਾਲੇ ਟਾਈਮ ਦੀ ਸਭ ਤੋਂ ਵੱਡੀ ਆਇਲ ਰਿਫਾਈਨਰੀ ਹੋਊਗੀ ਇੰਡੀਆ ਦੀ। ਇੰਡੀਆ ਪਲੱਸ ਹੋਰ ਕਿਹੜੀ ਕੰਟਰੀ ਹੈ, ਯੂਨਾਈਟਿਡ ਅਰਬ ਐਮੀਰੇਟਸ ਤੇ ਹੋਰ ਸਾਊਦੀ ਅਰਬ, ਠੀਕ ਹੈ ਨਾ। ਸਾਊਦੀ ਅਰਬ ਹੈ ਜਿਹੜੀ, ਉਹ ਮਿਲ ਕੇ ਇਸ ਨੂੰ ਬਣਾ ਰਹੇ ਆ ਤਿੰਨੋਂ ਦੇਸ਼, ਠੀਕ ਹੈ, ਇੰਡੀਆ, ਸਾਊਦੀ ਅਰਬ ਤੇ ਯੂਨਾਈਟਿਡ ਅਰਬ ਐਮੀਰੇਟਸ। ਰਤਨਾਗਿਰੀ, ਇਹਨੂੰ ਆਪਾਂ ਬਾਈ ਟ੍ਰਿਕ ਯਾਦ ਰੱਖ ਸਕਦੇ ਹਾਂ। ਦੇਖੋ ਰਤਨ, ਪਹਿਲਾਂ ਦਰਬਾਰਾਂ ਦੇ ਵਿੱਚ ਨਵਰਤਨ ਹੁੰਦੇ ਸੀ ਰਾਜੇ ਮਹਾਰਾਜਾ ਦੇ, ਹਨਾ। ਤੁਹਾਨੂੰ ਸਾਰਿਆਂ ਨੂੰ ਪਤਾ ਨਾ, ਜਾਂ ਹਿਸਟਰੀ ਦੇ ਵਿੱਚ ਆਪਾਂ ਨੇ ਪੜ੍ਹਿਆ ਕਿ ਕਾਫੀ ਰਾਜੇ ਸੀਗੇ, ਜਿਵੇਂ ਅਕਬਰ ਹੋ ਗਿਆ, ਚੰਦਰਗੁਪਤ, ਵਿਕਰਮਾਦਿੱਤਿਆ ਹੋ ਗਿਆ, ਇਹਨਾਂ ਦੇ ਦਰਬਾਰ ਦੇ ਵਿੱਚ ਨਵਰਤਨ ਰਹਿੰਦੇ ਸੀ, ਨਵਰਤਨ। ਤਾਂ ਰਤਨ ਬਸ ਮਹਾਰਾਜਾ ਜਿਹੜੇ ਹੁੰਦੇ ਸੀ, ਮਹਾਰਾਜਾ, ਉਹਨਾਂ ਦੇ ਦਰਬਾਰ ਦੇ ਵਿੱਚ ਮਿਲਦੇ ਸੀ ਮਹਾਰਾਜਾ। ਰਤਨ ਹੈ ਜਿਹੜੇ ਮਹਾਰਾਜਾ ਦੇ ਦਰਬਾਰ ਦੇ ਵਿੱਚ ਮਿਲਦੇ ਸੀ, ਤਾਂ ਮਹਾਰਾਜਾ ਤੋਂ ਹੋ ਗਿਆ ਮਹਾਰਾਸ਼ਟਰ, ਠੀਕ ਹੈ। ਕੋਚੀ, ਕੋਚੀ ਆਇਲ ਰਿਫਾਈਨਰੀ ਕੇਰਲ ਦੇ ਵਿੱਚ ਹੈ। ਤੇ ਇਹਨੂੰ ਵੈਸੇ ਤਾਂ ਸਾਰਿਆਂ ਨੂੰ ਪਤਾ ਵੀ ਕੋਚੀ ਸ਼ਹਿਰ ਬਹੁਤ ਜ਼ਿਆਦਾ ਫੇਮਸ ਹੈ, ਬਟ ਫਿਰ ਵੀ ਜੇ ਤੁਸੀਂ ਬਾਈ ਟ੍ਰਿਕ ਯਾਦ ਕਰਨਾ ਹੈ ਨਾ, ਤਾਂ ਦੇਖੋ ਕੇਰਲ ਵਾਲੇ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਪਣੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕ ਕਿੱਥੋਂ ਦੇ ਨੇ, ਕੇਰਲ ਦੇ ਨੇ। ਤਾਂ ਕੇਰਲ ਵਾਲੇ ਇੰਨੇ ਜ਼ਿਆਦਾ ਪੜ੍ਹੇ ਲਿਖੇ ਕਿਉਂ ਹੈ, ਕਿਉਂਕਿ ਉਹ ਕੋਚਿੰਗ ਲੈਂਦੇ ਆ, ਕੋਚਿੰਗ, ਕੋਚਿੰਗ, ਠੀਕ ਹੈ ਨਾ। ਤਾਂ ਕੋਚਿੰਗ ਦਾ ਕੀ ਹੋ ਗਿਆ, ਕੇਰਲ ਹੋ ਗਿਆ, ਓਕੇ। ਨੈਕਸਟ ਆ ਗਿਆ ਬਾਈ ਬੀਨਾ। ਬੀਨਾ ਬਾਰੇ ਮੈਂ ਤੁਹਾਨੂੰ ਦੱਸਿਆ, ਬੀਨਾ ਆਇਲ ਰਿਫਾਈਨਰੀ ਹੈ ਜਿਹੜੀ ਇੰਡੀਆ ਤੇ ਓਮਾਨ ਦੇਸ਼ ਹੈ ਜਿਹੜੇ ਉਹ ਮਿਲ ਕੇ ਬਣਾ ਰਹੇ ਆ ਬਾਈ, ਇੰਡੀਆ ਤੇ ਓਮਾਨ ਦੇਸ਼, ਠੀਕ ਹੈ ਨਾ। ਤਾਂ ਬੀਨਾ ਆਇਲ ਰਿਫਾਈਨਰੀ ਨੂੰ ਆਪਾਂ ਕਿੱਦਾਂ ਯਾਦ ਰੱਖਾਂਗੇ, ਕਿੱਥੇ ਹੈ, ਮੱਧ ਪ੍ਰਦੇਸ਼ ਦੇ ਵਿੱਚ ਹੈ। ਬੀਨਾ ਨੂੰ ਤੁਸੀਂ ਪੜ੍ਹੋ ਬੀਨ, ਹਨਾ, ਬੀਨ ਨਹੀਂ ਵਜਾਉਂਦੇ, ਬੀਨ ਅੱਪ ਕੱਢਣ ਵਾਲੀ ਜਿਹੜੀ ਬੀਨ ਹੁੰਦੀ ਹੈ, ਹਨਾ। ਤਾਂ ਬਸ ਇਹਨੂੰ ਇਦਾਂ ਯਾਦ ਰੱਖ ਸਕਦੇ ਆ ਕਿ ਬੀਨ ਦੀ ਆਵਾਜ਼ ਆ ਰਹੀ ਹੈ, ਮੱਧਮ ਮੱਧਮ, ਮੱਧਮ ਮੱਧਮ ਬੀਨ ਦੀ ਆਵਾਜ਼ ਜਿਹੜੀ ਉਹ ਆ ਰਹੀ ਹੈ। ਬੀਨ ਮਤਲਬ ਜਿਹੜੀ ਸੱਪ ਨੂੰ ਫੜਨ ਦੇ ਲਈ ਬੀਨ ਵਜਾਉਂਦੇ ਆ ਨਾ, ਤਾਂ ਬੀਨ ਦੀ ਆਵਾਜ਼ ਸੁਣਾਈ ਦੇ ਰਹੀ ਹੈ, ਮੱਧਮ ਮੱਧਮ। ਤਾਂ ਬੀਨ ਯਾਨੀ ਬੀਨਾ ਤੇ ਮੱਧਮ ਮੱਧਮ ਮਤਲਬ ਮੱਧ ਪ੍ਰਦੇਸ਼, ਠੀਕ ਹੈ। ਨੈਕਸਟ ਆ ਜਾਓ ਮੰਗਲੋਰ, ਮੈਂਗਲੋਰ, ਠੀਕ ਹੈ ਨਾ, ਮੈਂਗਲੋਰ ਜਾਂ ਮੰਗਲੋਰ ਜੋ ਮਰਜੀ ਪੜ੍ਹ ਲਓ। ਤਾਂ ਇਹ ਕਿੱਥੋਂ ਹੈ, ਕਿੱਥੇ ਹੈ, ਕਰਨਾਟਕ ਦੇ ਵਿੱਚ ਹੈ। ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਰਨਾਟਕ ਦੀ ਰਾਜਧਾਨੀ ਕੀ ਹੈ, ਬੈਂਗਲੋਰ, ਤੇ ਬੈਂਗਲੋਰ ਦਾ ਹੀ ਜੁੜਵਾ ਭਾਈ ਕੀ ਹੈ, ਮੈਂਗਲੋਰ। ਤਾਂ ਬੈਂਗਲੋਰ ਮੈਂਗਲੋਰ ਦੋਨੇ ਕਰਨਾਟਕ ਦੇ ਵਿੱਚ ਹੈ। ਤਾਂ ਇਹਨੂੰ ਤਾਂ ਆਪਾਂ ਕੀ ਆ ਬਾਈ ਟ੍ਰਿਕ ਯਾਦ ਕਰਾਂਗੇ, ਸਿੰਪਲ, ਸਾਰਿਆਂ ਨੂੰ ਪਤਾ ਹੀ ਹੈ। ਇੰਨੇ ਕੁ ਤਾਂ ਯਾਰ ਦੇਖੋ, ਤੁਸੀਂ ਤਿਆਰੀ ਕਰ ਰਹੇ ਹੋ ਪੇਪਰਾਂ ਦੀ, ਹਾਂ, ਇੰਨੇ ਕੁ ਤਾਂ ਮੈਂ ਮੰਨ ਕੇ ਚੱਲ ਰਿਹਾ ਕਿ ਇੰਨੇ ਕੁ ਲੈਵਲ ਤੇ ਤੁਹਾਡਾ ਹੋਊਗਾ ਕਿ ਤੁਹਾਨੂੰ ਰਾਜਧਾਨੀਆਂ ਤਾਂ ਦੇਸ਼ ਦੀ ਯਾਦ ਹੋਣਗੀਆਂ, ਹਨਾ। ਨੈਕਸਟ ਬਠਿੰਡਾ, ਇਹ ਮੈਂ ਤੁਹਾਨੂੰ ਨਹੀਂ ਕਰਾਉਂਗਾ। ਬਠਿੰਡਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਬਠਿੰਡਾ ਆਪਣੇ ਪੰਜਾਬ ਦੇ ਵਿੱਚ ਹੈ। ਤੇ ਇਹ ਜਿਹੜੀ ਆਇਲ ਰਿਫਾਈਨਰੀ ਹੈ ਬਈ, ਇਹਨੂੰ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਹੈ, ਤਾਂ ਇਹ ਯਾਦ ਰੱਖ ਲਿਓ। ਗੁਰੂ ਗੋਬਿੰਦ ਸਿੰਘ ਜੀ ਆਇਲ ਰਿਫਾਈਨਰੀ ਕਿੱਥੇ ਹੈ, ਬਠਿੰਡਾ ਪੰਜਾਬ ਦੇ ਵਿੱਚ, ਠੀਕ ਹੈ। ਮਨਾਲੀ, ਦੇਖੋ ਮਨਾਲੀ ਆਪਣਾ ਪੜੋਸੀ ਸਟੇਟ ਹੈ ਹਿਮਾਚਲ, ਉੱਥੇ ਹੈ ਮਨਾਲੀ ਸ਼ਹਿਰ। ਬਟ ਜੇ ਮਨਾਲੀ ਆਇਲ ਰਿਫਾਈਨਰੀ ਪੁੱਛੀ ਜਾਵੇ, ਮਨਾਲੀ ਆਇਲ ਰਿਫਾਈਨਰੀ ਤਾਂ ਮਿਲੂਗੀ ਤਾਮਿਲਨਾਡੂ ਦੇ ਵਿੱਚ, ਠੀਕ ਹੈ। ਮਨਾਲੀ ਸ਼ਹਿਰ ਹਿਮਾਚਲ ਦੇ ਵਿੱਚ ਹੈ, ਮਨਾਲੀ ਆਇਲ ਰਿਫਾਈਨਰੀ ਤਾਮਿਲਨਾਡੂ ਦੇ ਵਿੱਚ ਹੈ। ਇਹਨੂੰ ਕਨਫਿਊਜ਼ ਨਾ ਕਰ ਲਿਓ, ਮਤਲਬ ਮਿਕਸ ਨਾ ਕਰ ਲਿਓ, ਠੀਕ ਹੈ ਨਾ। ਜੇ ਯਾਦ ਰੱਖਣਾ ਬਾਈ ਟ੍ਰਿਕ, ਵੈਸੇ ਤਾਂ ਇਹ ਲੋੜ ਹੈ ਨਹੀਂ ਯਾਦ ਰੱਖਣ ਦੀ ਬਾਈ ਟ੍ਰਿਕ, ਬਟ ਫਿਰ ਵੀ ਤੁਸੀਂ ਆਹ ਦੇਖੋ ਮਨਾਲੀ ਦੇ ਜਿਹੜੇ ਸਪੈਲਿੰਗ ਹੈ ਨਾ, ਇਹ ਤਾਮਿਲਨਾਡੂ ਦੇ ਵਿੱਚੋਂ ਹੀ ਲਏ ਗਏ ਆ। ਇਹ ਦੇਖੋ, ਇਹ ਮਨਾਲੀ ਹੀ ਬਣੂਗਾ, ਇਹਨੂੰ ਅੱਗੇ ਪਿੱਛੇ ਕਰ ਲਓ, ਐਮ ਨੂੰ ਇੱਧਰ ਕਰ ਲਓ, ਏ ਨੂੰ ਇੱਧਰ ਕਰ ਲਓ, ਠੀਕ ਹੈ। ਤੇ ਐਨ ਨੂੰ ਇੱਥੇ ਕਰ ਲਓ, ਐਲ ਨੂੰ ਇੱਥੇ ਕਰ ਲਓ, ਮਤਲਬ ਮਨਾਲੀ ਹੈ ਜਿਹੜਾ ਇੱਥੋਂ ਹੀ ਮਿਲ ਜੂਗਾ ਤੁਹਾਨੂੰ, ਮਨਾਲੀ ਤਾਮਿਲ ਦੇ ਵਿੱਚ ਹੀ ਮਨਾਲੀ ਹੈ, ਬਸ ਇੰਨਾ ਯਾਦ ਰੱਖਣਾ ਹੈ, ਠੀਕ ਹੈ। ਨਾਗਪਟੀਨਮ, ਨਾਗਪਟੀਨਮ ਆਇਲ ਰਿਫਾਈਨਰੀ ਜਾਂ ਕਾਵੇਰੀ ਆਇਲ ਰਿਫਾਈਨਰੀ, ਇਹ ਕਿੱਥੇ ਹੈ, ਕਾਵੇਰੀ, ਕਾਵੇਰੀ ਨਦੀ ਤੁਹਾਨੂੰ ਪਤਾ ਹੈ ਤਾਮਿਲਨਾਡੂ ਦੇ ਵਿੱਚ ਹੈ। ਨਾਗਪਟੀਨਮ ਆਇਲ ਰਿਫਾਈਨਰੀ ਕਿੱਦਾਂ ਯਾਦ ਰੱਖਾਂਗੇ ਆਪਾਂ, ਤਾਮਿਲਨਾਡੂ ਦੇ ਵਿੱਚ ਹੈ। ਸਿੰਪਲ ਹੈ, ਦੇਖੋ ਕਿੱਦਾਂ, ਨਾਗਪਟੀਨਮ, ਠੀਕ ਹੈ ਨਾ, ਨਾਗਪਟੀਨਮ, ਨਾਗ ਮਤਲਬ ਸੱਪ ਹੋ ਗਏ। ਤੇ ਅੱਜ ਕੱਲ ਤੁਹਾਨੂੰ ਪਤਾ ਹੈ ਬਈ ਇਨਵਾਇਰਨਮੈਂਟ ਦਾ ਬਹੁਤ ਬੁਰਾ ਹਾਲ ਆਪਾਂ ਨੇ ਕਰਿਆ ਹੋਇਆ ਇਨਸਾਨ ਨੇ, ਠੀਕ ਹੈ ਨਾ। ਤਾਂ ਜੰਗਲ ਜਿਹੜੇ ਖਤਮ ਹੁੰਦੇ ਜਾ ਰਹੇ ਆ, ਜੰਗਲੀ ਜੀਵ ਹੈ ਜਿਹੜੇ ਉਹ ਵੀ ਖਤਮ ਹੋ ਰਹੇ ਆ। ਤਾਂ ਜੰਗਲੀ ਜੀਵ ਖਤਮ ਹੋ ਰਹੇ ਆ ਯਾਨੀ ਨਾਗ ਹੈ ਜਿਹੜੇ ਉਹ ਵੀ ਖਤਮ ਹੋ ਰਹੇ ਆ। ਨਾਗ ਵੀ ਅੱਜ ਕੱਲ ਨਹੀਂ ਮਿਲਦੇ, ਨਾਗ ਤਾਂ ਅੱਜ ਕੱਲ ਮਿਲਦੇ ਹੀ ਨਹੀਂ, ਜਿਹੜੇ ਨਾਗ ਹੈ ਨਾਗ ਅੱਜ ਕੱਲ ਮਿਲਦੇ ਹੀ ਨਹੀਂ। ਤਾਂ ਮਿਲਦੇ ਨਹੀਂ ਮਤਲਬ ਮਿਲ ਨਾ, ਨਾਗ ਹੈ ਜਿਹੜੇ ਉਹ ਅੱਜ ਕੱਲ, ਤਾਂ ਦੇਖੇ ਤੁਸੀਂ ਇਦਾਂ ਵੀ ਪੜ੍ਹ ਸਕਦੇ ਹੋ ਕਿ ਨਾਗ, ਨਾਗ ਤਾਂ ਮਿਲਦੇ ਹੀ ਨਹੀਂ, ਨਹੀਂ ਦਾ ਨਾਂ ਵੀ ਇੱਥੇ ਆ ਗਿਆ ਦੇਖੋ, ਠੀਕ ਹੈ। ਤਾਂ ਇਦਾਂ ਮਤਲਬ ਤੁਸੀਂ ਰਿਲੇਟ ਕਰਕੇ ਇਹਨੂੰ ਯਾਦ ਰੱਖ ਸਕਦੇ ਹੋ। ਉਸ ਤੋਂ ਬਾਅਦ ਬਈ
ਉਸ ਤੋਂ ਬਾਅਦ ਹੈ ਬਾੜਮੇਰ ਆਇਲ ਰਿਫਾइनरी। ਬਾੜਮੇਰ ਆਇਲ ਰਿਫਾइनरी ਕਿੱਥੇ ਮਿਲੂਗੀ? ਇਹ ਰਾਜਸਥਾਨ ਦੇ ਵਿੱਚ ਮਿਲੂਗੀ, ਬਾੜਮੇਰ ਆਇਲ ਰਿਫਾइनरी। ਬਾੜਮੇਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਪਣਾ ਪੜੋਸੀ ਦੇਸ਼ ਹੈ, ਦੇਸ਼ ਕਹਿੰਦਾ ਪੜੋਸੀ ਸਟੇਟ ਹੈ ਆਪਣੀ ਰਾਜਸਥਾਨ। ਤੇ ਬਟ ਫਿਰ ਵੀ ਜੇ ਤੁਸੀਂ ਬਾਈ ਟ੍ਰਿਕ ਕਰਨਾ, ਦੇਖੋ ਰਾਜਸਥਾਨ ਦੇ ਵਿੱਚ ਕੀ ਹੈ? ਰੇਗਿਸਤਾਨ ਹੈ, ਪੂਰੇ ਖੁੱਲੇ ਮੈਦਾਨ ਹੈ ਨਾ। ਤਾਂ ਖੁੱਲੇ ਮੈਦਾਨ ਦੇ ਵਿੱਚ ਕੀ ਹੈ? ਖੁੱਲੇ ਮੈਦਾਨ ਦੇ ਆਲੇ ਦੁਆਲੇ ਕੀ ਕਰੀ ਹੋਈ ਆਪਾਂ ਨੇ? ਬਾੜ ਲਗਾਈ ਹੋਈ। ਆਪਾਂ ਬਾੜ ਲਗਾ ਕੇ ਰੱਖਦੇ ਆ ਨਾ ਖੁੱਲੇ ਮੈਦਾਨ ਦੇ ਨੇੜੇ ਤੇੜੇ, ਖੁੱਲੇ ਮੈਦਾਨ ਦੇ ਨੇੜੇ ਤੇੜੇ ਆਪਾਂ ਬਾੜ ਲਗਾ ਕੇ ਰੱਖਦੇ ਆ ਤਾਂ ਕਿ ਕੋਈ ਕਬਜ਼ਾ ਵਗੈरह ਨਾ ਕਰ ਲੇ। ਤਾਂ ਬਸ ਉਹੀ ਹੈ ਬਾੜ ਰਾਜਸਥਾਨ, ਠੀਕ ਹੈ। ਬਸ ਏਦਾਂ ਯਾਦ ਰੱਖ ਲਿਓ, ਓਕੇ। ਜਾਂ ਫਿਰ ਤੁਸੀਂ ਏਦਾਂ ਯਾਦ ਰੱਖ ਸਕਦੇ ਹੋ ਕਿ ਰਾਜਸਥਾਨ ਦੇ ਵਿੱਚ ਕੋਈ ਨਦੀ ਵਗੈरह ਤਾਂ ਹੈ ਨਹੀਂ, ਤਾਂ ਉੱਥੇ ਬਾੜ ਆਉਣ ਦੇ ਚਾਂਸ ਕੋਈ ਹੈ ਹੀ ਨਹੀਂ, ਠੀਕ ਹੈ। ਤਾਂ ਇਹ ਬਈ ਆਇਲ ਰਿਫਾइनरी ਸੀਗੀ। ਇਹ ਸਾਰਿਆਂ ਦੀ ਲਿਸਟ ਬਣਾ ਲਓ ਤੇ ਮੈਨੂੰ ਲੱਗਦਾ ਨਹੀਂ ਕਿ ਬਾਈ ਟ੍ਰਿਕ ਯਾਦ ਕਰਨ ਦੀ ਲੋੜ ਹੈ, ਇਹ ਏਦਾਂ ਹੀ ਯਾਦ ਹੋ ਜਾਂਦੀ ਹੈ। ਇੰਨੇ ਕੋਈ ਬਹੁਤ ਔਖੇ ਨਾਂ ਨਹੀਂ ਇਹਨਾਂ ਦੇ ਹੈਗੇ। ਇੱਕ ਦੋ ਵਾਰ ਤੁਸੀਂ ਰਿਵੀਜ਼ਨ ਕਰੋਗੇ ਨਾ, ਇੱਕ ਦੋ ਵਾਰ ਤੁਸੀਂ ਉਹਨੂੰ ਬੋਲ ਕੇ ਪੜੋਗੇ ਜਾਂ ਲਿਖ ਕੇ ਪੜੋਗੇ ਤਾਂ ਆਟੋਮੈਟਿਕਲੀ ਇਹ ਯਾਦ ਹੋ ਜਾਣਗੇ, ਠੀਕ ਹੈ। ਤੇ ਰਹੀ ਗੱਲ ਪੰਜਾਬ ਦੇ ਐਗਜ਼ਾਮਸ ਦੀ ਤਿਆਰੀ ਵਾਸਤੇ, ਪੰਜਾਬ ਦਾ ਕੋਈ ਵੀ ਐਗਜ਼ਾਮ ਹੋਵੇ ਹੈ ਨਾ, ਕੋਈ ਵੀ ਐਗਜ਼ਾਮ ਹੋਵੇ, ਜੇ ਤੁਸੀਂ ਤਿਆਰੀ ਕਰਨੀ ਹੈ ਤਾਂ ਸਾਰੇ ਐਗਜ਼ਾਮਸ ਦੇ ਲਈ ਆਪਾਂ ਨੇ ਇੱਕ ਸੁਪਰ ਬੈਚ ਬਣਾਇਆ ਹੋਇਆ ਜਿਹਦਾ ਨਾਮ ਹੈ ਪ੍ਰਤਾਪੀ ਬੈਚ। ਤਾਂ ਪ੍ਰਤਾਪ ਅਕੈਡਮੀ ਦਾ ਇਹ ਪ੍ਰਤਾਪੀ ਬੈਚ ਹੈ ਬਾਈ। ਇਹ ਇੱਕ ਬੈਚ ਹੀ ਤੁਹਾਨੂੰ ਤੁਹਾਡੇ ਲਈ ਕਾਫੀ ਹੈ ਜੇ ਤੁਸੀਂ ਸਿਲੈਕਸ਼ਨ ਲੈਣਾ ਚਾਹੁੰਦੇ ਹੋ। ਕੋਈ ਵੀ ਐਗਜ਼ਾਮ ਹੋਵੇ, ਹਰ ਇੱਕ ਐਗਜ਼ਾਮ ਦੇ ਐਗਜ਼ਾਮ ਓਰੀਐਂਟਡ ਤੁਹਾਨੂੰ ਵੀਡੀਓਜ਼, PDF ਨੋਟਸ ਸਭ ਕੁਝ ਤੁਹਾਨੂੰ ਇੱਥੋਂ ਹੀ ਪ੍ਰੋਵਾਈਡ ਹੋ ਜਾਊਗਾ। ਕੋਈ ਹੋਰ ਬੈਚ ਲੈਣ ਦੀ ਲੋੜ ਹੀ ਨਹੀਂ ਹੈਗੀ, ਠੀਕ ਹੈ। ਵੈਸੇ ਤਾਂ ਆਪਣੀ ਐਪ ਹੈ ਜਿਹੜੀ ਪ੍ਰਤਾਪ ਅਕੈਡਮੀ ਐਗਜ਼ਾਮ ਕੀ, ਉਹਦੇ ਤੇ ਆਲਰੇਡੀ ਹਰ ਇੱਕ ਬੈਚ, ਮਤਲਬ ਹਰ ਇੱਕ ਸਿਲੇਬਸ ਦਾ, ਹਰ ਇੱਕ ਟੌਪਿਕ ਦਾ ਅਲੱਗ ਬੈਚ ਬਣਾਇਆ ਹੋਇਆ, ਹਰ ਇੱਕ ਪੇਪਰ ਦਾ ਅਲੱਗ ਬੈਚ ਬਣਾਇਆ ਹੋਇਆ। ਬਟ ਜੇ ਤੁਸੀਂ ਚਾਹੁੰਦੇ ਹੋ ਕਿ ਸਾਰੀ ਵੀਡੀਓਜ਼, ਸਾਰੇ ਟੌਪਿਕ ਤੇ ਸਾਰੇ ਪੇਪਰ ਇੱਕ ਹੀ ਬੈਚ ਦੇ ਵਿੱਚ ਕਵਰ ਹੋ ਜਾਣ ਤਾਂ ਇਹ ਬੈਚ ਤੁਹਾਡੇ ਲਈ ਹੈ। ਤਾਂ ਇੱਕ ਵਾਰ ਇਹਦੀ ਜਿਹੜੀ ਫੀਸ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ। ਫੀਸ ਵੀ ਬਹੁਤ ਆਪਾਂ ਨੇ ਘੱਟ ਰੱਖੀ ਹੋਈ ਹੈ ਤੇ ਇਸ ਘੱਟ ਫੀਸ ਦੇ ਵਿੱਚੋਂ ਵੀ ਤੁਹਾਨੂੰ 20% ਆਫ ਹੈ ਜਿਹੜਾ ਉਹ ਮਿਲ ਜੂਗਾ। ਬਸ ਸਿੰਪਲ ਤੁਸੀਂ ਮੇਰਾ ਕੋਡ ਯੂਜ਼ ਕਰਨਾ ਹੈ ANKIT67। ਇਹ ਕੋਡ ਯੂਜ਼ ਕਰਕੇ ਤੁਸੀਂ 20% ਆਫ ਹੈ ਜਿਹੜਾ ਇੱਥੇ ਲੈ ਸਕਦੇ ਹੋ, ਠੀਕ ਹੈ। ਤਾਂ ਬਾਕੀ ਜਿਹੜੀ ਹੋਰ ਵੀਡੀਓਜ਼ ਰਹਿ ਗਈਆਂ ਸਟੈਟਿਕ ਜੀਕੇ ਦੀ, ਉਹ ਵੀ ਤੁਹਾਨੂੰ ਜਲਦੀ ਤੋਂ ਜਲਦੀ ਪ੍ਰੋਵਾਈਡ ਹੋ ਜਾਣਗੀਆਂ। ਉਦੋਂ ਤੱਕ ਤੁਸੀਂ ਰਿਵੀਜ਼ਨ ਆਪਣੀ ਜਿਹੜੀ ਉਹ ਕਰਦੇ ਰਹੋ, ਠੀਕ ਹੈ। ਥੈਂਕ ਯੂ।